ਗੁਰੂ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਲਿਹਾਰੀ ਗੁਰ ਆਪਣੇ। ਦਿਓਹਾੜੀ ਸਦਵਾਰ। ਜਿਨੋ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੀ ਵਾਰ। ਜਿਨੋ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੀ ਵਾਰ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੀ ਇਕਾਗਰਤਾ ਪ੍ਰੇਮ ਸਹਿਤ ਸਰਵਣ ਕੀਤੇ ਹਨ। ਅੱਜ ਦੇ ਵਿਸ਼ੇਸ਼ ਦੀਵਾਨ ਮੀਰੀ ਪੀਰੀ ਦੇ ਮਾਲਕ ਛਠਮ ਪੀਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ, ਉਤਸ਼ਾਹ ਵਿੱਚ, ਯਾਦ ਵਿੱਚ ਹਨ। ਇਹਨਾਂ ਦੀਵਾਨਾਂ ਦੀ ਸੇਵਾ ਸਰਦਾਰ ਗੁਰਦਿਆਲ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਹੋ ਰਹੀ ਹੈ। ਸੋ ਜਿੱਥੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ, ਆਓ ਨਿਯਤ ਸਮੇਂ ਵਿੱਚ ਰਹਿੰਦਿਆਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਗੁਰਮਤਿ ਵਿਚਾਰਾਂ ਦੇ ਰਾਹੀਂ ਸਾਂਝਿਆਂ ਕਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਰੀ ਸੰਗਤ ਸਾਂਝੀ ਕਰਦੇ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ 21 ਹਾੜ ਸੰਮਤ 1652 ਨੂੰ ਗੁਰੂ ਕੀ ਵਡਾਲੀ, ਜਿਸ ਨਗਰ ਦਾ ਨਾਮ ਵਡਾਲੀ ਹੈ, ਪਰ ਸਤਿਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਉਸ ਨੂੰ ਗੁਰੂ ਕੀ ਵਡਾਲੀ ਕਹਿ ਕੇ ਸੱਦਿਆ ਜਾਣ ਲੱਗਿਆ। ਇਸ ਨਗਰ ਦੇ ਵਿੱਚ ਇਕਲੌਤੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ। ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਾਲਕ ਦਾ ਨਾਮ ਰੱਬ ਦੇ ਪਰਮੇਸ਼ਰ ਦੇ ਨਾਮ ਦੇ ਉੱਤੇ ਹਰਗੋਬਿੰਦ ਰੱਖਿਆ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਦਾਤ ਨੂੰ ਪਰਮੇਸ਼ਰ ਦੀ ਦਾਤ ਆਖਿਆ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਸ਼ਬਦ ਦੀ ਆਰੰਭਤਾ ਹੁੰਦੀ ਹੈ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੈ ਮਾਹੈ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਦਸੀ ਮਾਸੀ ਬਾਲਕ ਹੁਕਮ ਜਨਮ ਲਿਆ,
ਮਿਟਿਆ ਸੋਗ ਮਹਾ ਆਨੰਦ ਥੀਆ। ਇਹ ਸਾਰੇ ਸ਼ਬਦ ਦੀਆਂ ਪੰਕਤੀਆਂ ਦੇ ਅਖੀਰ ਉੱਤੇ ਹਜ਼ੂਰ ਕਹਿੰਦੇ ਨੇ, ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਮੈਂ ਵੈਸੇ ਹਜ਼ੂਰ ਦੀ ਜਿਸ ਵੇਲੇ ਬਾਣੀ ਨੂੰ ਪੜ੍ਹਦਾ ਹਾਂ, ਸਮੁੱਚੀ ਸਮਗਰ ਬਾਣੀ ਵਿੱਚ ਹਜ਼ੂਰ ਨੇ, ਚਲੋ ਇਹ ਤਾਂ ਵਾਹਿਗੁਰੂ ਦੀ ਦਾਤ ਹੈ, ਪੁੱਤਰ ਮਿਲਿਆ, ਪਰਿਵਾਰ ਮਿਲਿਆ, ਮਾਂ ਬਾਪ, ਸਾਰਾ ਕੁਝ, ਇਹਦਾ ਤੇ ਸ਼ੁਕਰਾਨਾ ਆਮ ਜੀਵਨ ਵਿੱਚ ਬੰਦਾ ਕਦੇ ਕਦਾਈ ਕਰਦਾ ਹੀ ਹੈ, ਪਰ ਸਤਿਗੁਰੂ ਸਦਾ ਹੀ ਸ਼ੁਕਰ ਨਾਲ ਭਰੇ ਰਹਿੰਦੇ ਸਨ। ਜ਼ਿੰਦਗੀ ਦੇ ਵਿੱਚ ਵਿਪਦਾਵਾਂ ਵੀ ਆਈਆਂ, ਜ਼ਿੰਦਗੀ ਦੇ ਵਿੱਚ ਦੁੱਖ ਵੀ ਆਏ, ਜ਼ਿੰਦਗੀ ਦੇ ਵਿੱਚ ਤਕਲੀਫ ਵੀ ਆਈ, ਉਤਰਾਅ ਚੜ੍ਹਾਅ ਵੀ ਆਏ, ਬੜੀ ਕ੍ਰਿਟੀਕਲ ਸਿਚੁਏਸ਼ਨ ਵੀ ਬਣ ਜਾਂਦੀ ਰਹੀ, ਪਰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਕਦੇ ਉਲਾਂਭਾ, ਕਦੇ ਸ਼ਿਕਵਾ, ਕਦੇ ਗਿਲਾ ਨਿਕਲਿਆ ਹੀ ਨਹੀਂ ਸੀ। ਉਹਨਾਂ ਦੀ ਜ਼ਿੰਦਗੀ ਦਾ ਇਹ ਤੱਤ ਨਿਚੋੜ ਹੈ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਨ ਸੁਨ ਨਾਮ ਤੁਹਾਰੋ ਜੀਓ। ਜੇ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਹਿਲੂ ਨੂੰ ਵਿਚਾਰਿਆ ਜਾਏ ਨਾ, ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਵਾਂਗ ਦੁੱਖ ਨੂੰ ਵੀ ਵਾਹਿਗੁਰੂ ਦੀ ਦਾਤ ਆਖ ਕੇ ਖਿੜੇ ਮੱਥੇ ਪ੍ਰਵਾਨ ਕੀਤਾ, ਔਖੇ ਤੇ ਵਿਖੜੇ ਹਾਲਾਤਾਂ ਨੂੰ ਵੀ ਉਹਦੀ ਰਜ਼ਾ ਸਮਝ ਕੇ ਉਹਨਾਂ ਨੇ ਖਿੜੇ ਮੱਥੇ ਸਹਿਣ ਕੀਤਾ ਤੇ ਉਹਨਾਂ ਨੂੰ ਫੇਸ ਕੀਤਾ। ਇਹੀ ਕਾਰਨ ਹੈ ਅਸੀਂ ਸਾਰੇ ਜੀਵਨ ਜਿਹੜੇ ਜਿਉਂਦੇ ਹਾਂ, ਸਧਾਰਨ ਲੋਕ, ਸਾਨੂੰ ਜਦੋਂ ਕੋਈ ਖੁਸ਼ੀ ਦੀ ਗੱਲ ਜਾਂ ਕੋਈ ਉਤਸ਼ਾਹਪੂਰਵਕ ਜਦੋਂ ਕੋਈ ਦਾਤ ਮਿਲਦੀ ਹੈ, ਸਾਡਾ ਰਿਐਕਸ਼ਨ ਹੋਰ ਤਰ੍ਹਾਂ ਦਾ ਹੁੰਦਾ ਹੈ। ਜਦੋਂ ਸਾਡੇ ਜੀਵਨ ਦੇ ਵਿੱਚ ਕਿਧਰੇ ਥੋੜੀ ਬਹੁਤ ਡਿਸਟਰਬੈਂਸ ਪੈਦਾ ਹੋ ਜਾਏ ਤੇ ਉਸ ਵੇਲੇ ਸਾਡਾ ਰਿਐਕਸ਼ਨ ਹੋਰ ਤਰ੍ਹਾਂ ਦਾ ਹੁੰਦਾ। ਅਸੀਂ ਸਿਚੁਏਸ਼ਨ ਦੇ ਨਾਲ ਬਦਲ ਜਾਣ ਵਾਲੇ ਲਈ ਜੀਵ ਹਾਂ। ਸਾਡੇ ਸੁਭਾਅ ਤੇ ਪਲ ਪਲ ਚੀਜ਼ਾਂ ਦੇ ਫਰਕ ਪੈਂਦੇ ਨੇ, ਸਾਡੀ ਨੇਚਰ ਵਿੱਚ ਬਹੁਤ ਵੱਡੇ ਉਤਰਾਅ ਚੜ੍ਹਾਅ ਆਉਂਦੇ ਨੇ, ਸਾਡਾ ਬਿਹੇਵੀਅਰ ਬਦਲਦਾ ਹੈ, ਸਾਡਾ ਵਿਹਾਰ ਬਦਲਦਾ ਹੈ, ਸਾਡੇ ਇੰਪ੍ਰੈਸ਼ਨ, ਬੋਲ, ਸੋਚਣੀ, ਹਰ ਚੀਜ਼ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਹਰ ਸਮੇਂ ਦੇ ਉਤਰਾਅ ਚੜ੍ਹਾਅ ਦੇ ਵਿੱਚ। ਪਰ ਰੱਬ ਦੇ ਪਿਆਰੇ ਸਦਾ ਸਹਿਜ ਤੇ ਟਿਕਾ ਦੇ ਵਿੱਚ ਰਹਿੰਦੇ ਨੇ। ਜਦੋਂ ਉਹਨਾਂ ਨੂੰ ਕੋਈ ਜੀਵਨ ਵਿੱਚ ਦਾਤ ਮਿਲ ਜਾਏ ਤਾਂ ਉਹ ਕਹਿੰਦੇ ਤੇਰੀ ਹੈ, ਇਹ ਤੇਰੀ ਰਹਿਮਤ ਹੈ, ਇਹ ਤੇਰੀ ਬਖਸ਼ਿਸ਼ ਹੈ। ਜਦੋਂ ਉਸ ਦਾਤ ਦਾ ਵਿਛੋੜਾ ਪੈ ਜਾਏ, ਜੀਵਨ ਵਿੱਚ ਔਖਿਆਈ ਆ ਜਾਏ, ਉਹ ਕਹਿੰਦੇ ਨੇ ਮੈਨੂੰ ਉਲਾਂਭਾ ਦੇਣ ਦੀ ਕੀ ਲੋੜ ਹੈ, ਜਦੋਂ ਦਾਤਾਂ ਹੀ ਤੇਰੀਆਂ ਨੇ, ਜਦੋਂ ਬਖਸ਼ਿਸ਼ ਕਰਨ ਵਾਲਾ ਹੀ ਤੂੰ ਹੈ। ਤਾਂ ਅੱਜ ਮੈਂ ਉਲਾਂਭਾ, ਜਦੋਂ ਦਾਤ ਮਿਲੀ ਉਦੋਂ ਮੈਂ ਆਖਿਆ ਤੇਰੀ ਹੈ, ਤੇ ਅੱਜ ਜਿਸ ਵੇਲੇ ਇਸ ਦਾਤ ਤੋਂ ਵਿਛੋੜਾ ਪੈਂਦਾ ਹੈ ਜਾਂ ਉਹ ਮਿਲੀ ਹੋਈ ਚੀਜ਼ ਤੋਂ ਥੋੜਾ ਵਕਤ ਦੂਰ ਗੁਜ਼ਾਰਨਾ ਪੈਂਦਾ ਹੈ, ਤਾਂ ਮੈਂ ਇਹ ਆਖਾਂ ਵਾਹਿਗੁਰੂ ਤੂੰ ਧੱਕਾ ਕੀਤਾ ਹੈ। ਇਹਦਾ ਮਤਲਬ ਹੈ ਕਿ ਮੈਂ ਤੇਰਾ ਸ਼ਰੀਕ ਹਾਂ, ਵੀ ਤੂੰ ਮੇਰੇ ਨਾਲ ਧੱਕਾ ਕਰੇਂਗਾ। ਇਹ ਅਕਾਲ ਪੁਰਖ ਵਾਹਿਗੁਰੂ ਮੇਰੀ ਇਹ ਪਾਇਆ ਹੈ ਵੀ ਤੇਰੀ ਦਿੱਤੀ ਹੋਈ ਵਸਤੂ ਦਾ ਹੀ ਤੈਨੂੰ ਮੈਂ ਗਿਲਾ ਕਰਾਂ, ਉਲਾਂਭਾ ਦਿਆਂ। ਬਿਲਕੁਲ ਇਹ ਸਤਿਗੁਰੂ ਮਹਾਰਾਜ ਦੀ ਜ਼ਿੰਦਗੀ ਦਾ ਅਨੁਭਵ ਹੈ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਨ ਸੁਨ ਨਾਮ ਤੁਹਾਰੋ ਜੀਓ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਜ਼ਿੰਦਗੀ ਨੂੰ, ਸਤਿਗੁਰਾਂ ਦੀ ਹਯਾਤੀ ਨੂੰ, ਮਹਾਰਾਜ ਦੇ ਜੀਵਨ ਨੂੰ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੰਨਾ ਵੱਡਾ ਕਾਰਜ ਖੇਤਰ ਸੀ ਉਹਨਾਂ ਦਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੱਡੇ ਉਹਨਾਂ ਕੰਮ ਕੀਤੇ ਨੇ, ਉਨੀਆਂ ਵੱਡੀਆਂ ਰੁਕਾਵਟਾਂ ਵੀ ਸਹਿਣ ਕੀਤੀਆਂ, ਤਕਲੀਫਾਂ ਵੀ ਜਰੀਆਂ, ਪਲ ਪਲ ਉੱਤੇ ਜਰੀਆਂ। ਆਮ ਸਧਾਰਨ ਤੌਰ ਦੇ ਉੱਤੇ ਆਪਾਂ ਨੂੰ ਇੱਕਾ ਦੁੱਕਾ ਘਟਨਾਵਾਂ ਦਾ ਹੀ ਪਤਾ ਲੱਗਦਾ ਹੈ, ਕਿਉਂਕਿ ਜਿੰਨੀਆਂ ਆਪਾਂ ਸਾਖੀਆਂ ਸੁਣਦੇ ਉਹਦੇ ਵਿੱਚੋਂ ਆਪਾਂ ਨੂੰ ਇੰਨਾ ਕੀ ਸਮਝ ਪੈਂਦੀ ਹੈ, ਜਾਂ ਬਹੁਤੀ ਗੱਲ ਆਪਾਂ ਨੂੰ ਇੰਨਾ ਕੁ ਪਤਾ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਤਤੀ ਤਵੀ ਉਬਲਦੀ ਦੇਗ, ਸੀਸ ਵਿੱਚ ਗਰਮ ਰੇਤ, ਤੇ ਸਾਰੀ ਘਟਨਾ ਮੂਲ ਰੂਪ ਵਿੱਚ। ਪਰ ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਇਕਲੌਤਾ ਪੁੱਤਰ ਪੈਦਾ ਹੋਇਆ, ਮਹਾਰਾਜ ਨੇ ਉਹਦੀ ਖੁਸ਼ੀ ਵਿੱਚ ਛੇਹਰਟਾ ਖੂਹ ਲਵਾਇਆ, ਜਿਸ ਨੂੰ ਛੇਹਰਟਾ ਕਿਹਾ ਜਾਂਦਾ, ਜਾਨੀ ਕਿ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਉਹਨਾਂ ਪਰਉਪਕਾਰ ਦੇ ਰਾਹੀਂ ਕੀਤਾ। ਵੇਖੋ ਕੈਸੀ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਘਰ ਪੁੱਤਰ ਹੋਵੇ ਤੇ ਅਸੀਂ ਪੱਬ ਦਾ ਮੂੰਹ ਕਰਦੇ ਹਾਂ, ਕਲੱਬ ਦਾ ਮੂੰਹ ਕਰਦੇ ਹਾਂ, ਵੀ ਜਿਵੇਂ ਅਨਹੋਣੀ ਵਾਪਰ ਗਈ ਹੈ ਕੋਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁੱਤਰ ਦੀ ਖੁਸ਼ੀ ਵਿੱਚ ਸ਼ੁਕਰਾਨਾ ਕੀਤਾ ਹੈ, ਤੇ ਸ਼ੁਕਰਾਨਾ ਉਹਨਾਂ ਕੀ ਕੀਤਾ ਵੀ ਵੇਖਿਆ ਲੋੜਵੰਦਾਂ ਨੂੰ ਪਾਣੀ ਦੀ ਕਿੱਲਤ ਹੈ, ਛੇਹਰਟਾ ਖੂਹ ਲਵਾ ਦਿੱਤਾ।
ਸ਼ੁਕਰਾਨਾ ਕੀਤਾ ਉਹ ਵੀ ਸੇਵਾ ਦੇ ਰੂਪ ਵਿੱਚ, ਪਰ ਉਪਕਾਰ ਦੇ ਰੂਪ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਲ ਵੀ ਜ਼ਿੰਦਗੀ ਦਾ ਜਿਹੜਾ ਸੀ ਉਹ ਪਰਉਪਕਾਰ ਤੋਂ ਬਿਨਾਂ, ਸੇਵਾ ਤੋਂ ਬਿਨਾਂ ਬਤੀਤ ਨਹੀਂ ਸਨ ਕਰਦੇ। ਉਹਨਾਂ ਨੇ ਪੁੱਤਰ ਦੀ ਦਾਤ ਜਿਹੜੀ ਮਿਲੀ ਹੈ, ਔਲਾਦ ਮਿਲੀ ਹੈ, ਇਹਦਾ ਸ਼ੁਕਰ ਅਦਾ ਕੀਤਾ ਸੇਵਾ ਤੇ ਪਰਉਪਕਾਰ ਕਰਦਿਆਂ ਹੋਏ। ਅੱਜ ਵੀ ਉਹ ਨਾਂ ਸਾਡੇ ਚੇਤਿਆਂ ਵਿੱਚ ਜੀਵਤ ਹੈ ਕਿ ਗਰੀਬ ਨਵਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਿਵੇਂ ਕਰਦੇ ਨੇ। ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਦੀ ਸੇਵਾ ਕਿਹੜੇ ਰੂਪ ਵਿੱਚ ਕਰਦੇ ਨੇ? ਉਹਦੀ ਖਲਕਤ ਦੀ ਸੇਵਾ ਕਰਦਿਆਂ ਹੋਇਆਂ ਆਪਣੇ ਪੁੱਤਰ ਦਾ ਧੰਨਵਾਦ ਕਰਦੇ ਨੇ। ਆਪਣੇ ਪੁੱਤਰ ਦਾ ਧੰਨਵਾਦ ਕਰਦਿਆਂ ਹੋਇਆਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਿਸ ਰੂਪ ਵਿੱਚ ਕਰਦੇ ਨੇ। ਫਿਰ ਹੋਰ ਵੇਖੋ, ਕੁਝ ਸਾਖੀਆਂ ਸਾਡੇ ਤੱਕ ਪਹੁੰਚੀਆਂ ਨੇ। ਅਸੀਂ ਸਾਖੀਆਂ ਦੇ ਰੂਪ ਰੰਗ ਵੱਲ ਨਹੀਂ ਜਾਣਾ, ਗੱਲ ਦੇ ਭਾਵ ਨੂੰ ਸਮਝਣ ਦਾ ਯਤਨ ਕਰਨਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਇਕਲੌਤਾ ਪੁੱਤਰ ਹੈ ਬਾਲ ਹਰਗੋਬਿੰਦ ਸਾਹਿਬ, ਪਰ ਵਿਰੋਧੀਆਂ ਦੀ ਨੀਂਦ ਹਰਾਮ ਹੈ। ਟਾਰਗੇਟ ਉਹਨਾਂ ਦਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੇ ਗੁਰੂ ਅਰਜਨ ਸਾਹਿਬ ਜੀ ਨੂੰ ਹਿੱਟ ਕਰਨ ਵਾਸਤੇ, ਗੁਰੂ ਅਰਜਨ ਸਾਹਿਬ ਜੀ ਦੀ ਜ਼ਿੰਦਗੀ 'ਚ ਤਕਲੀਫ ਭਰਨ ਵਾਸਤੇ ਉਹ ਨਿਸ਼ਾਨਾ ਇੱਕ ਛੋਟੇ ਜਿਹੇ ਦੁੱਧ ਚੁੰਘਦੇ ਬੱਚੇ ਨੂੰ ਬਣਾਉਂਦੇ। ਬਾਲ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਬਚਪਨ ਵਿੱਚ ਕਈ ਜਾਨਲੇਵਾ ਹਮਲੇ ਹੋਏ। ਉਹਦੇ ਵੱਖ-ਵੱਖ ਸਾਖੀਕਾਰਾਂ ਨੇ ਵਿਆਖਿਆ ਕੀਤੀ ਹੈ। ਕਈਆਂ ਨੇ ਉਸ ਸਮੁੱਚੀ ਦੀ ਸਮੁੱਚੀ ਗੱਲ ਪਿਰਥੀ ਚੰਦ ਦੇ ਮੱਥੇ ਮੜ ਦਿੱਤੀ ਹੈ, ਤੇ ਕਈਆਂ ਨੇ ਉਸ ਨੂੰ ਲਾਲਚ ਆਖਿਆ ਹੈ। ਪਰ ਸਚਾਈ ਤੇ ਇਹ ਹੈ ਕਿ ਜਿਹੜੇ ਸੁਲੀ ਤੇ ਸੁਲੀ ਖਾਨ ਚੜ ਕੇ ਆ ਰਹੇ ਸਨ, ਜਿਹੜਾ ਨੈਰੇਟਿਵ ਸਿਰਜਿਆ ਗਿਆ, ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਗਈ ਗੁਰੂ ਅਰਜਨ ਸਾਹਿਬ ਦੇ ਬਰਖਲਾਫ, ਉਹਦੇ ਵਿੱਚੋਂ ਹੀ ਉਹਨਾਂ ਦੇ ਪੁੱਤਰ ਦੇ ਉੱਤੇ ਹਮਲੇ ਹੋ ਰਹੇ, ਉਹਦੇ ਵਿੱਚੋਂ ਹੀ ਇਹ ਸਾਰਾ ਕੁਝ ਪੈਦਾ ਹੋ ਰਿਹਾ। ਇਕਲੌਤਾ ਪੁੱਤਰ ਹੋਵੇ ਤੇ ਉਹਦੀ ਜਾਨ ਦੇ ਉੱਤੇ ਹਮਲੇ ਹੁੰਦੇ ਹੋਣ, ਤੇ ਮਹਾਰਾਜ ਸਹਿਜ ਦੇ ਨਾਲ ਉਸ ਸਮੇਂ ਨੂੰ ਬਰਦਾਸ਼ਤ ਕਰਕੇ ਅੱਗੇ ਅਗਲਾ ਸਫ਼ਰ ਕਰ ਰਹੇ ਹੋਣ। ਨਹੀਂ ਤੇ ਬੰਦਾ ਕਈ ਵਾਰ ਆਪ ਅੜ ਜਾਂਦਾ, ਪਰ ਜਦੋਂ ਪਰਿਵਾਰ ਤੇ ਗੱਲ ਆਉਂਦੀ ਹੈ ਨਾ, ਟੁੱਟ ਜਾਂਦਾ। ਔਲਾਦ ਤੇ ਗੱਲ ਆਉਂਦੀ ਹੈ ਤੇ ਟੁੱਟ ਜਾਂਦਾ ਹੈ। ਬੰਦਾ ਸੋਚਦਾ ਹੈ ਜੇ ਮੇਰੀ ਔਲਾਦ ਖਤਰੇ ਵਿੱਚ ਹੈ, ਮੇਰਾ ਪਰਿਵਾਰ ਖਤਰੇ ਵਿੱਚ ਹੈ, ਤੇ ਮੈਂ ਕਿਹੜੇ ਅਸੂਲਾਂ ਦਾ ਪਾਬੰਦ ਹਾਂ? ਅਸੂਲ ਸਾਰੇ ਕਿਤੇ ਮੇਰੇ ਵਾਸਤੇ ਨੇ, ਦੁਨੀਆ ਵਾਸਤੇ ਅਸੂਲ ਨਹੀਂ। ਔਰ ਇਸ ਸੰਸਾਰ ਦੀ ਹਰ ਤਹਿਰੀਕ, ਹਰ ਤਾਰੀਖ ਤੇ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਿਨ੍ਹਾਂ ਮਹਾਨ ਲੋਕਾਂ ਨੂੰ ਚਲਾਕ ਔਰ ਜ਼ਾਲਮ ਲੋਕਾਂ ਨੇ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਬਖਸ਼ਦੇ ਨਹੀਂ। ਨਾ ਉਹਨਾਂ ਦੇ ਪਰਿਵਾਰ ਨੂੰ, ਨਾ ਉਹਨਾਂ ਦੀ ਇੱਜ਼ਤ ਆਬਰੂ ਨੂੰ, ਨਾ ਉਹਨਾਂ ਦੇ ਧਨ ਮਾਲ ਨੂੰ, ਨਾ ਉਹਨਾਂ ਦੇ ਫਾਲੋਅਰਸ ਜਿਹੜੇ ਉਹਨਾਂ ਦੇ ਮਗਰ ਤੁਰਨ ਵਾਲੇ ਹੁੰਦੇ ਨੇ। ਹਰ ਉਸ ਚੀਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਹੜੀ ਚੀਜ਼ ਉਹਨਾਂ ਦੇ ਨਾਲ ਸਾਂਝ ਰੱਖਦੀ ਹੋਵੇ, ਉਹਨਾਂ ਦੇ ਨਾਲ ਜੁੜੀ ਹੋਈ ਹੋਵੇ। ਜੇ ਮੈਂ ਉਦਾਹਰਣ ਦੇਣਾ ਹੈ ਤੇ ਬੜੇ ਮਗਰੋਂ ਦੀ ਉਦਾਹਰਣ, ਪਰ ਸਮਝਾਉਣ ਵਾਸਤੇ ਮੈਂ ਆਪਣੇ ਇਤਿਹਾਸ ਦੀ ਉਦਾਹਰਣ ਹੀ ਦੇਵਾਂ ਤੇ ਜ਼ਿਆਦਾ ਬਿਹਤਰ ਹੋਏਗੀ। ਭਲਾ ਦੱਸੋ, ਭਾਈ ਤਾਰੂ ਸਿੰਘ ਜੀ ਨੇ ਕਿਹੜੀ ਜੰਗ ਲੜੀ ਹੈ? ਉਹ ਮਦਦਗਾਰ ਹੈ ਤੇ ਪਨਾਹਗੀਰ ਹੈ। ਪਨਾਹ ਦਿੰਦਾ ਹੈ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨਾਲ ਉਸ ਦਾ ਹਿੱਤ। ਪ੍ਰਸ਼ਾਦਾ ਛਕਾਉਂਦਾ, ਉਹ ਤੇ ਸਾਰਿਆਂ ਨੂੰ ਛਕਾਉਂਦਾ। ਪਰ ਹਕੂਮਤ ਦੀ ਦ੍ਰਿਸ਼ਟੀ ਵਿੱਚ ਭਾਈ ਤਾਰੂ ਸਿੰਘ ਵੀ ਉਸੇ ਤਰ੍ਹਾਂ ਦਾ ਹੀ ਬਾਗੀ ਹੈ। ਭਾਈ ਤਾਰੂ ਸਿੰਘ ਵੀ ਉਸੇ ਤਰ੍ਹਾਂ ਦਾ ਹੀ ਖਤਰਾ ਹੈ, ਜਿਸ ਤਰ੍ਹਾਂ ਦਾ ਮੈਦਾਨੇ ਜੰਗ ਵਿੱਚ ਜਾਂ ਗੁਰੀਲਾ ਵਾਰ ਲੜਨ ਵਾਲੇ ਜੁਝਾਰੂ, ਉਸ ਸਮੇਂ ਦੇ ਖਾਲਸੇ ਸਮੇਂ ਦੀ ਸਲਤਨਤ ਦੀ ਅੱਖ ਚੱਖ ਪਾਉਣ ਵਾਲੇ ਲੋਕ ਜਿਵੇਂ ਦੇ ਉਹ ਜੁਝਾਰੂ ਖਤਰਾ ਸਨ, ਉਵੇਂ ਦੇ ਭਾਈ ਤਾਰੂ ਸਿੰਘ ਜੀ ਖਤਰਾ। ਸਾਨੂੰ ਗੱਲਾਂ ਦੇ ਭਾਵ ਸਮਝਣੇ ਪੈਣ। ਭਾਈ ਸ਼ੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ, ਉਹ ਤਾਂ ਹੈ ਹੀ ਕੰਟਰੈਕਟਰ ਸਨ, ਸਰਕਾਰੀ ਠੇਕੇਦਾਰ। ਉਹਨਾਂ ਦਾ ਸ਼ਾਹੀ ਮਹੱਲਾ ਵਿੱਚ ਆਉਣਾ ਜਾਣਾ, ਕਚਹਿਰੀਆਂ 'ਚ ਆਉਣਾ ਜਾਣਾ, ਬੜੇ ਅਹਿਮ ਫੈਸਲੇ ਹਕੂਮਤ ਨੇ ਜਦੋਂ ਸਿੱਖਾਂ ਦੇ ਨਾਲ ਕਰਨੇ ਸਨ ਤੇ ਉਹਨਾਂ ਨੂੰ ਵਿੱਚ ਸਾਲਸੀ ਵਿਚੋਲਗੀ ਕਰਨ ਵਾਸਤੇ ਚੁਣਿਆ ਗਿਆ। ਪਰ ਇੱਕ ਵਕਤ ਆਇਆ, ਹਕੂਮਤ ਨੇ ਖੁਦ ਹੀ ਜਿਨ੍ਹਾਂ ਦੀ ਉਹ ਮਦਦ ਲੈ ਕੇ ਸਿੱਖਾਂ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਨੂੰ ਪਿਓ ਪੁੱਤ ਨੂੰ ਚਰਖੜੀ ਦੇ ਉੱਤੇ ਚਾੜ ਕੇ ਸ਼ਹੀਦ ਕੀਤਾ। ਉਹਨਾਂ ਦੀ ਸ਼ਹੀਦੀ ਦਾ ਇੱਕੋ ਹੀ ਕਾਰਨ ਹੈ ਉਹਨਾਂ ਦਾ ਸਿੱਖ ਹੋਣਾ। ਉਹਨਾਂ ਦੀ ਸ਼ਹੀਦੀ ਦਾ ਇੱਕੋ ਹੀ ਕਾਰਨ ਹੈ ਉਹਨਾਂ ਦਾ ਰਿਲੇਸ਼ਨ, ਉਹਨਾਂ ਦੀ ਸਾਂਝ, ਉਹਨਾਂ ਦਾ ਜੋੜ ਸਿੱਖਾਂ ਦੇ ਨਾਲ, ਖਾਲਸੇ ਦੇ ਨਾਲ ਹੋਣਾ। ਯਾਨੀ ਕਿ ਖਾਲਸੇ ਨਾਲ ਹਰ ਜੁੜੀ ਹੋਈ ਚੀਜ਼, ਸਿੱਖੀ ਨਾਲ ਹਰ ਜੁੜੀ ਹੋਈ ਚੀਜ਼ ਸਮੇਂ ਦੀ ਕਿਸੇ ਵੀ ਜ਼ਾਲਮ ਹਕੂਮਤ ਨੂੰ ਜਾਂ ਵਿਰੋਧੀ ਧਿਰ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦੀ। ਨਾ ਉਹਨਾਂ ਦਾ ਦਰਬਾਰ ਸਾਹਿਬ ਪ੍ਰਵਾਨ ਹੁੰਦਾ ਹੈ,
ਨਾ ਉਹਨਾਂ ਦੇ ਗੁਰਬਾਣੀ ਦੇ ਗੁਟਕੇ ਤੇ ਗ੍ਰੰਥ, ਨਾ ਗੁਰਮੁਖੀ ਦੀਆਂ ਪੁਸਤਕਾਂ, ਨਾ ਉਹਨਾਂ ਦੇ ਨਿਸ਼ਾਨ, ਨਾ ਉਹਨਾਂ ਨੂੰ ਜਲ ਪਾਣੀ ਛਕਾਉਣ ਵਾਲੇ, ਨਾ ਉਹਨਾਂ ਨੂੰ ਹਥਿਆਰ ਬਣਾ ਕੇ ਦੇਣ ਵਾਲੇ, ਨਾ ਉਹਨਾਂ ਦੇ ਹੱਕ 'ਚ ਲਿਖਣ ਵਾਲੇ, ਨਾ ਹੱਕ 'ਚ ਬੋਲਣ ਵਾਲੇ, ਕੋਈ ਚੀਜ਼ ਵੀ ਪ੍ਰਵਾਨ ਨਹੀਂ। ਉਹ ਤਾਂ ਉਹਨਾਂ ਦੀਆਂ ਇਮਾਰਤਾਂ ਨੂੰ ਵੀ ਜ਼ਮੀਨਦੋਜ਼ ਕਰ ਦਿੰਦੇ ਨੇ। ਉਹ ਤਾਂ ਉਹਨਾਂ ਦੇ ਗੁਰੂ ਦੇ ਨਾਮ ਦੇ ਉੱਤੇ ਵੀ ਪਾਬੰਦੀਆਂ ਆਇਦ ਕਰ ਦਿੰਦੇ ਨੇ। ਪਰ ਇਹ ਤਾਂ ਸਟਾਰਟਿੰਗ, ਇਹ ਤਾਂ 18ਵੀਂ ਸਦੀ 'ਚ ਆਪਾਂ ਵੇਖਿਆ ਨਾ, ਪਰ ਇਹਦਾ ਮੁੱਢ ਵੇਖੋ ਕਿੱਥੋਂ ਵੱਜ ਰਿਹਾ। ਅਸੀਂ ਜਦੋਂ ਮਗਰਲੀ ਹਿਸਟਰੀ ਪੜ੍ਹਦੇ ਹਾਂ ਵੀ ਮੀਰ ਮੰਨੂ ਨੇ ਛੋਟੇ ਛੋਟੇ ਦੁੱਧ ਚੁੰਗਦੇ ਬੱਚਿਆਂ ਨੂੰ ਨੇਜਿਆਂ ਤੇ ਬੋਝ ਲਿਆ, ਪਰ ਇਹਦੀ ਪ੍ਰਕਿਰਿਆ ਤੇ ਬਹੁਤ ਪਹਿਲਾਂ ਸ਼ੁਰੂ ਹੋ ਗਈ। ਤੁਸੀਂ ਬਾਲ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਹੁੰਦੇ ਬਚਪਨ ਦੇ ਹਮਲਿਆਂ ਨੂੰ ਪੜ੍ਹੋ ਤੇ ਤੁਹਾਨੂੰ ਸਮਝ ਪਏਗੀ ਵੀ ਗੁਰੂ ਪਰਿਵਾਰ ਤੇ ਅਸੀਂ ਦਸਮ ਪਿਤਾ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਜਦੋਂ ਗੱਲ ਕਰਦੇ ਹਾਂ ਤੇ ਕਿਉਂ ਭੁੱਲ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਜੀ ਦੇ ਇਕਲੌਤੇ ਸਾਹਿਬਜ਼ਾਦੇ ਦੇ ਉੱਤੇ ਵੀ ਹਮਲੇ ਹੋਏ। ਹਾਂ, ਉਹ ਹੋਏ ਸ਼ਹਿ ਲਾ ਕੇ, ਸਿੱਧੇ ਨਹੀਂ ਹੋਏ। ਉਹ ਹੋਏ ਭੇਦ ਭਰੇ ਢੰਗ ਦੇ ਨਾਲ। ਉਹ ਜ਼ਰ ਖਰੀਦ ਬੰਦਿਆਂ ਦੇ ਰਾਹੀਂ ਹੋਏ। ਕੋਈ ਸੇਵਾਦਾਰ ਨੂੰ ਖਰੀਦ ਲਿਆ, ਕਿਸੇ ਦੁੱਧ ਪਿਆਉਣ ਵਾਲੀ ਖਿਡਾਵੀ ਨੂੰ ਖਰੀਦ ਲਿਆ, ਖਿਡਾਉਣ ਵਾਲੇ ਸੇਵਾਦਾਰ ਨੂੰ ਖਰੀਦ ਲਿਆ, ਸਪੇਰਾ ਕਰ ਦਿੱਤਾ। ਇਹਨੂੰ ਜਿਹੜੀ ਘਟਨਾ ਕਤਲ ਹੈ, ਜਿਹੜਾ ਕਰਨਾ ਕਤਲ ਹੈ, ਪਰ ਉਹਨੂੰ ਕੁਦਰਤੀ ਬਣਾਇਆ ਜਾਏ। ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਖਾੜਕੂ ਜਾਂ ਜਿਹੜੇ ਸਰਕਾਰ ਦੇ ਵਿਰੋਧੀ ਹੁੰਦੇ ਸਨ, ਉਹ ਤੇ ਜੇਲ੍ਹ 'ਚ ਸੱਪ ਛੱਡ ਦਿੱਤੇ ਜਾਂਦੇ ਸਨ, ਬਿੱਛੂ ਛੱਡ ਦਿੱਤੇ ਜਾਂਦੇ ਸਨ ਵੀ ਜੇ ਇਹਨੂੰ ਸਿੱਧਾ ਮਾਰਿਆ ਤੇ ਖੱਪ ਪਏਗੀ, ਰੌਲਾ ਪਏਗਾ, ਇਹਨੂੰ ਕੁਦਰਤੀ ਮੌਤ ਬਣਾ ਦੇ। ਸੱਪ ਲੜ ਗਿਆ, ਕਿਹੜਾ ਅਸੀਂ ਲੜਾਇਆ, ਬਿੱਛੂ ਲੜ ਗਿਆ। ਜਾਨੀ ਕਿ ਉਹ ਚੀਜ਼ਾਂ ਜਿਹੜੀਆਂ ਉਹਨੂੰ ਕੁਦਰਤੀ ਮੌਤ ਬਣਾ ਦੇਣਾ ਵੀ ਕੁਦਰਤੀ ਘਟਨਾ ਹੈ ਜੀ, ਇਹ ਸਾਡੇ ਵੱਲੋਂ ਅੰਜਾਮ ਦਿੱਤੀ ਗਈ ਘਟਨਾ ਨਹੀਂ ਹੈ। ਇਹ ਸਾਰੇ ਦਾ ਸਾਰਾ ਜਿਹੜਾ ਹੈ ਪ੍ਰਾਪੋਗੰਡੇ ਨਾਲ ਸੰਬੰਧ ਰੱਖਦੀ ਚੀਜ਼ ਹੈ। ਇਤਿਹਾਸ ਨੂੰ ਇਸ ਰੂਪ ਵਿੱਚ ਪੜਾਂਗੇ ਤੇ ਕਾਫੀ ਕੁਝ ਸਮਝ ਆਏਗਾ। ਜੇ ਪਰਾਲੌਕਿਕ ਕਹਾਣੀਆਂ ਜਿਹੜੀਆਂ ਨੇ, ਜੇ ਉਹਨੂੰ ਅਸੀਂ ਇਵੇਂ ਹੀ ਸਮਝਾਂਗੇ ਤਾਂ ਫਿਰ ਜ਼ਮੀਨੀ ਤਲ ਤੇ ਕੋਈ ਗੱਲ ਵੀ ਸਾਡੇ ਪੱਲੇ ਪੈਣ ਵਾਲੀ ਨਹੀਂ। ਇਸ ਧਰਤੀ ਦੇ ਉੱਤੇ ਵਾਪਰੀ ਹੋਈ ਖੇਡ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਇਕਲੌਤੇ ਸਾਹਿਬਜ਼ਾਦੇ ਦੇ ਤਨ ਦੇ ਉੱਤੇ ਆਉਂਦੇ ਹੋਏ ਕਸ਼ਟ ਵੀ ਵੇਖੇ, ਫਿਰ ਵੀ ਅਡੋਲ ਰਹੇ, ਸਹਿਜ ਵਿੱਚ ਰਹੇ। ਪਰ ਮੈਂ ਇੱਕ ਦੂਜਾ ਪਹਿਲੂ ਵੀ ਸੋਚਦਾ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਲ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਬਚਪਨ ਵਿੱਚ ਹੀ ਉਹ ਪੀੜਾਂ ਜਰ ਲਈਆਂ ਸਨ, ਜਿਹੜੀਆਂ ਪੀੜਾਂ ਅੱਗੇ ਜਾ ਕੇ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਣੀਆਂ ਸਨ ਔਰ ਦੁਨੀਆ ਨੂੰ ਦਿਲਾਸੇ ਦੇਣੇ ਸਨ ਵੀ ਕੋਈ ਗੱਲ ਨਹੀਂ, ਵਾਹਿਗੁਰੂ ਦੇ ਭਾਣੇ ਵਿੱਚ ਰਹੀਦਾ ਤੇ ਹਰ ਜ਼ਬਰ ਦਾ ਸਬਰ ਨਾਲ ਤੇ ਦ੍ਰਿੜਤਾ ਦੇ ਨਾਲ, ਪਰਪੱਕਤਾ ਦੇ ਨਾਲ, ਹਿੰਮਤ ਦੇ ਨਾਲ, ਮਰਦਾਨਗੀ ਦੇ ਨਾਲ ਸਾਹਮਣਾ ਕਰੀਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਇਹ ਬਚਪਨ ਵਿੱਚ ਸਾਰਾ ਕੁਝ ਜਰ ਆਏ ਸਨ, ਵੇਖ ਆਏ ਸਨ। ਕਈ ਲੋਕ ਕਹਿਣਗੇ ਕਿ ਅਜੇ ਜਵਾਨੀ ਦੀ ਉਮਰ ਵਿੱਚ ਦਹਲੀਜ਼ ਤੇ ਕਦਮ ਰੱਖ ਰਹੇ ਸਨ ਬਾਲ ਹਰਗੋਬਿੰਦ ਸਾਹਿਬ, ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਨੂੰ ਜਾਣ ਲੱਗੇ, ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਸਪੈਸ਼ਲ ਜਿਹੜੀ ਫੋਰਸ ਲਾਹੌਰ ਤੋਂ ਆ ਪਹੁੰਚੀ ਸੀ ਅੰਮ੍ਰਿਤਸਰ, ਤੇ ਮਹਾਰਾਜ ਨੇ ਮੁਖੀ ਸਿੱਖਾਂ ਦੀ ਹਾਜ਼ਰੀ ਦੇ ਵਿੱਚ ਗੁਰਤਾ ਗੱਦੀ ਆਪਣੇ ਇਕਲੌਤੇ ਪੁੱਤਰ ਨੂੰ ਕਿਉਂ ਦਿੱਤੀ? ਕੋਈ ਸਿੱਖ, ਕੋਈ ਹੋਰ ਮੁਖੀ ਸਿੱਖ ਉਹਨਾਂ ਦੀ ਦ੍ਰਿਸ਼ਟੀ ਵਿੱਚ ਕਿਉਂ ਨਾ ਪ੍ਰਵਾਨ ਹੋਇਆ? ਗੱਲ ਪ੍ਰਵਾਨਗੀ ਦੀ ਨਹੀਂ। ਮਹਾਰਾਜ ਨੇ ਆਉਣ ਵਾਲੇ ਭਵਿੱਖ ਦੀ ਪਹਿਲਾਂ ਹੀ ਨਿਸ਼ਾਨਦੇਹੀ ਕਰ ਲਈ ਸੀ ਵੀ ਹਾਲਾਤ ਜਿਹੜੇ ਜਿਸ ਤੇਜ਼ੀ ਦੇ ਨਾਲ ਬਦਲ ਰਹੇ ਨੇ, ਕੀ ਸਮੀਕਰਨ ਬਣ ਸਕਦੇ ਨੇ। ਸੂਝਵਾਨ ਆਗੂ ਆਮ ਸਧਾਰਨ ਬੰਦੇ ਤੋਂ ਬਹੁਤ ਅੱਗੇ ਦੀ ਸੋਚਦਾ ਹੈ, ਉਹ ਸਮੇਂ ਨੂੰ ਪੜਤਾੜਦਾ ਹੈ, ਉਹ ਲੋਕਾਂ ਦੀ ਭੀੜ ਮਗਰ ਨਹੀਂ ਚੱਲਦਾ। ਉਹ ਇਹ ਨਹੀਂ ਵੇਖਦਾ ਵੀ ਲੋਕ ਕੀ ਚਾਹੁੰਦੇ ਨੇ, ਉਹ ਇਹ ਵੇਖਦਾ ਹੈ ਵੀ ਲੋਕਾਂ ਦੀ ਹੋਣੀ ਕੀ ਹੈ ਤੇ ਉਹਨੂੰ ਸਵਾਰਿਆ ਕਿਵੇਂ ਜਾ ਸਕਦਾ। ਉਹ ਅੱਗੇ ਦੀ ਸੋਚਦਾ ਹੈ, ਭਾਵੇਂ ਵਕਤੀ ਤੌਰ ਤੇ ਲੋਕ ਉਹਦੇ ਨਾਲ ਕਈ ਵਾਰ ਡਿਸਐਗਰੀ ਵੀ ਹੋ ਜਾਂਦੇ ਨੇ, ਪਰ ਆਉਣ ਵਾਲੀਆਂ ਸਦੀਆਂ ਉਹਦੇ ਤੇ ਮਾਣ ਕਰਦੀਆਂ ਨੇ ਵੀ ਅਸੀਂ ਸਹੀ ਵਿਅਕਤੀ ਦੇ ਮਗਰ ਤੁਰੇ। ਭਾਵੇਂ ਸਾਨੂੰ ਉਹਦੀ ਉਦੋਂ ਗੱਲ ਸਮਝ ਨਹੀਂ ਸੀ ਆਉਂਦੀ, ਪਰ ਉਸਨੇ ਜੋ ਕਰ ਵਿਖਾਇਆ ਹੈ, ਜੇ ਉਹ ਨਾ ਕਰਦਾ ਤੇ ਸਾਡਾ ਭਵਿੱਖ ਖਰਾਬ ਹੋ ਜਾਂਦਾ, ਸਾਡਾ ਫਿਊਚਰ ਦਾ ਤੇ ਲੱਗ ਜਾਂਦਾ, ਅਸੀਂ ਰੁੱਲ ਜਾਂਦੇ, ਖਤਮ ਹੋ ਜਾਂਦੇ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਾਣਦੇ ਸਨ ਬਚਪਨ ਦੀਆਂ ਇਹ ਪੀੜਾਂ ਜਿਹੜੀਆਂ ਨੇ ਬੜੀਆਂ ਮਜ਼ਬੂਤ ਕਰ ਗਈਆਂ ਨੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ। ਔਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੀ ਪਰਵਰਿਸ਼ ਹੋਈ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਵਿੱਚ। ਉਹਨਾਂ ਨੂੰ ਗੁਰਮੁਖੀ ਪੜ੍ਹਾਈ, ਉਹਨਾਂ ਨੇ ਉਹਨਾਂ ਨੂੰ ਸਿੱਖ ਵਿਰਾਸਤ ਤੋਂ ਜਾਣੂ ਕਰਾਇਆ, ਉਹਨਾਂ ਦੀ ਸੋਹਬਤ ਵਿੱਚ ਰਹਿ ਕੇ ਆਖਰ 5 ਪਾਤਸ਼ਾਹੀਆਂ ਦੀ ਹਜ਼ੂਰੀ ਵਿੱਚ ਵਿਚਰੇ ਸਨ ਬਾਬਾ ਬੁੱਢਾ ਸਾਹਿਬ। ਭਾਈ ਜੇਠਾ ਜੀ ਜਿਨ੍ਹਾਂ ਨੇ ਸ਼ਸਤਰ ਵਿਦਿਆ ਸਿਖਾਈ, ਭਾਈ ਗੰਗਾ ਸਹਿਗਲ ਜਿਨ੍ਹਾਂ ਤੋਂ ਘੋੜ ਸਵਾਰੀ ਸਿੱਖੀ,
ਭਾਈ ਪਰਾਗਾ ਭਾਈ ਮਨੀ ਸਿੰਘ ਜੀ ਦਾ ਦਾਦਾ, ਜਿਸ ਨੇ ਯੁੱਧ ਦੀਆਂ ਕੂਟਨੀਤਕ ਸਿੱਖਿਆਵਾਂ ਜਿਹੜੀਆਂ ਸਨ ਉਹ ਬਾਲ ਹਰਗੋਬਿੰਦ ਸਾਹਿਬ ਨੂੰ ਬਚਪਨ ਵਿੱਚ ਦਿੱਤੀਆਂ ਸਨ। ਔਰ ਕਮਾਲ ਦੀ ਖੇਡ ਹੈ, ਇਹੋ ਹੀ ਸਿੱਖ ਭਾਈ ਜੇਠਾ, ਭਾਈ ਪਰਾਗਾ, ਭਾਈ ਗੰਗਾ ਸਹਿਗਲ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫੌਜ ਦੇ ਸਿਪਾਹ ਸਲਾਰ ਵੀ ਬਣੇ, ਕਮਾਂਡਰ ਵੀ ਬਣੇ। ਔਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਪਨ ਵਿੱਚ ਪੜ੍ਹਾਉਣ ਵਾਲੇ ਸਨ। ਭਾਈ ਗੁਰਦਾਸ ਜੀ ਦੀ ਸੋਭਤ ਪ੍ਰਾਪਤ ਹੋਈ, ਜਿਨ੍ਹਾਂ ਨੇ ਵਿਦਿਆ ਦੇ ਇਲਮ ਤੋਂ ਜਾਣੂ ਕਰਾਇਆ। ਔਰ ਉਹ ਸਾਰੀ ਵਿਦਿਆ ਜਿਹੜੀ ਗੁਰੂ ਦਰਬਾਰ ਵਿੱਚ ਉਸ ਸਮੇਂ ਦਿੱਤੀ ਜਾਂਦੀ, ਬੜੀ ਨਿਪੁੰਨਤਾ ਦੇ ਨਾਲ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਰ ਚੀਜ਼ ਨੂੰ ਸਿੱਖਿਆ ਤੇ ਗ੍ਰਹਿਣ ਕੀਤਾ, ਜਿਸ ਦਾ ਪ੍ਰਬੰਧ ਗੁਰੂ ਦਰਬਾਰ ਰਾਹੀਂ ਮੁਖੀ ਸਿੱਖਾਂ ਨੇ ਕੀਤਾ ਸੀ। ਔਰ ਕੈਸਾ ਇੱਕ ਨਿਪੁੰਨ ਲੀਡਰ ਜਿਹੜਾ ਸੀ ਇਹਨਾਂ ਮੁਖੀ ਸਿੱਖਾਂ ਦੀ ਸੋਭਤ ਵਿੱਚ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਉੱਭਰ ਰਿਹਾ ਸੀ। ਵੀ ਜਦੋਂ ਉਹ ਘੜੀ ਆਣ ਪਹੁੰਚੀ, ਉਹ ਵਕਤ ਆਣ ਪਹੁੰਚਿਆ ਵੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸ਼ਹਾਦਤ ਦੇਣ ਲਈ ਲਾਹੌਰ ਨੂੰ ਗ੍ਰਿਫਤਾਰ ਕਰਕੇ ਲਿਜਾਏ ਜਾਣੇ ਹਨ। ਮਹਾਰਾਜ ਨੇ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਨੂੰ ਬਖਸ਼ੀ। ਇਸ ਘਟਨਾ ਨੂੰ ਸਾਡੇ ਤਾਰੀਖਦਾਨ ਦੋ ਤਲਵਾਰਾਂ ਗੁਰੂ ਦਰਬਾਰ ਵੱਲੋਂ ਭੇਟ ਕਰਨ ਨਾਲ ਜੋੜਦੇ ਹਨ। ਇਹਦੇ ਭਾਵ ਨੂੰ ਹੁਣ ਆਪਾਂ ਸਮਝਣਾ ਹੈ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਇੱਕ ਪ੍ਰਤੀਕ ਹੈ, ਇੱਕ ਬਿੰਬ ਹੈ। ਕਿਸ ਗੱਲ ਦਾ? ਪੀਰੀ ਦਾ ਅਤੇ ਮੀਰੀ ਦਾ। ਵੈਸੇ ਅਸੀਂ ਲਫ਼ਜ਼ ਅੱਗੇ ਪਿੱਛੇ ਕਰਦੇ ਹਾਂ, ਫਰਕ ਕੋਈ ਨਹੀਂ ਪੈਂਦਾ, ਪਰ ਕਨਸੈਪਟ ਬਦਲ ਜਾਂਦਾ। ਅਸੀਂ ਆਮ ਤੌਰ ਤੇ ਮੀਰੀ ਤੇ ਪੀਰੀ ਬੋਲਦੇ ਹਾਂ, ਮੈਂ ਵੀ ਬੋਲਦਾ, ਪਰ ਗੁਰਮਤ ਵਿੱਚ ਪਹਿਲਾ ਸਥਾਨ ਪੀਰੀ ਦਾ ਹੈ ਤੇ ਦੂਜਾ ਸਥਾਨ ਮੀਰੀ ਦਾ ਹੈ। ਪਹਿਲਾ ਸਥਾਨ ਪੀਰੀ ਦਾ ਹੈ ਤੇ ਦੂਜਾ ਸਥਾਨ ਮੀਰੀ ਦਾ ਹੈ। ਇਹਦਾ ਮਤਲਬ ਭਗਤੀ ਹੈ ਤੇ ਸ਼ਕਤੀ ਜਿਹੜੀ ਹੈ ਮਰਿਆਦਾ 'ਚ ਰਹੇਗੀ। ਤੇ ਜੇ ਸ਼ਕਤੀ ਨੂੰ ਪਹਿਲਾ ਸਥਾਨ ਦਿੱਤਾ ਜਾਏ ਤੇ ਭਗਤੀ ਜਿਹੜੀ ਹੈ ਉਹ ਡਿਪੈਂਡ ਹੋਵੇਗੀ ਸ਼ਕਤੀ ਦੇ ਉੱਤੇ। ਜਿਹਦੀ ਤਾਕਤ ਹੈ ਉਹਦੇ ਮੁਤਾਬਕ ਭਗਤੀ ਹੋਏਗੀ। ਜਿਹੋ ਜਿਹਾ ਜ਼ੋਰ ਹੈ ਕਿਸੇ ਦਾ, ਉਹਦੇ ਮੁਤਾਬਕ ਹੀ ਸਾਰਾ ਕੰਮ ਕੀਤਾ ਜਾਏਗਾ। ਪਰ ਭਗਤੀ ਜਿਹੜੀ ਉਹ ਸਭ ਤੋਂ ਪਹਿਲਾਂ ਮਨੁੱਖ ਦੀ ਸੁਰਤ ਨੂੰ ਘੜਦੀ ਹੈ, ਸਚਿਆਰਾ ਬਣਾਉਂਦੀ ਹੈ, ਕੁੱਲ ਮਨੁੱਖਤਾ ਦੇ ਵਿੱਚੋਂ ਪਰਮੇਸ਼ਰ ਨੂੰ ਵੇਖਣ ਮਾਨਣ ਦਾ ਹੁਨਰ ਸਿਖਾਉਂਦੀ ਹੈ, ਅਹਿਸਾਸ ਕਰਾਉਂਦੀ ਹੈ। ਫਿਰ ਜਦੋਂ ਸ਼ਕਤੀ ਮਨੁੱਖ ਦੇ ਕੋਲ ਆਉਂਦੀ ਹੈ ਤੇ ਹਉਮੈ ਜ਼ੋਰ ਨਹੀਂ ਪਾਉਂਦੀ। ਫਿਰ ਮਨੁੱਖ ਦੇ ਅੰਦਰ ਸਵਾਰਥ ਜ਼ੋਰ ਨਹੀਂ ਪਾਉਂਦਾ ਵੀ ਮੈਂ ਲੁੱਟ ਖਸੁੱਟ ਕਰ ਲਵਾਂ ਤਾਕਤ ਦੇ ਆਸਰੇ ਦੇ ਉੱਤੇ, ਮੈਂ ਗਰੀਬਾਂ ਨੂੰ ਕੁੱਟਾਂ, ਮਜ਼ਲੂਮਾਂ ਤੇ ਜ਼ੁਲਮ ਕਰਾਂ, ਧੱਕੇ ਸ਼ਾਹੀਆਂ ਕਰਾਂ, ਅਤਿਆਚਾਰ ਕਰਾਂ। ਫਿਰ ਉਹ ਚੀਜ਼ਾਂ ਨਹੀਂ ਹੁੰਦੀਆਂ। ਇਸ ਕਰਕੇ ਪੀਰੀ ਦਾ ਰੁਤਬਾ ਸਿੱਖੀ ਦੇ ਵਿੱਚ ਪਹਿਲਾ ਹੈ, ਭਗਤੀ ਦਾ ਰੁਤਬਾ ਪਹਿਲਾ ਹੈ, ਤੇ ਮੀਰੀ ਦਾ ਤੇ ਸ਼ਕਤੀ ਦਾ ਰੁਤਬਾ ਜਿਹੜਾ ਹੈ ਉਹ ਦੂਜਾ ਹੈ। ਪੀਰੀ ਦਾ ਅਰਥ ਹੁੰਦਾ ਹੈ ਰੂਹਾਨੀਅਤ। ਪੀਰੀ ਦਾ ਅਰਥ ਹੁੰਦਾ ਹੈ ਧਰਮ ਤੇ ਈਮਾਨ ਦੇ ਵਿੱਚ ਪਕਿਆਈ ਹੋਣਾ। ਪੀਰੀ ਦਾ ਅਰਥ ਹੈ ਖੁਦਾਈ ਰੱਬੀ ਰਾਹ ਦੇ ਉੱਤੇ ਤੁਰਨਾ, ਧਰਮ ਵਿੱਚ ਪ੍ਰਪੱਕ ਹੋਣਾ। ਤੇ ਮੀਰ ਸੰਖੇਪ ਸ਼ਬਦ ਹੈ ਅਮੀਰ ਦਾ। ਇਹ ਅਰਬੀ ਤੇ ਫਾਰਸੀ ਦੇ ਵਿੱਚੋਂ ਆਏ ਹੋਏ ਸ਼ਬਦ ਨੇ। ਇਹਨਾਂ ਨੇ ਬੜਾ ਲੰਮਾ ਸਫ਼ਰ ਤੈਅ ਕੀਤਾ ਤੇ ਸਾਡੇ ਚ ਆ ਕੇ ਮੀਰ ਹੋਏ। ਮੀਰ ਦਾ ਅਰਥ ਹੈ ਬਾਦਸ਼ਾਹੀ ਜਾਂ ਸਰਦਾਰੀ। ਇਹ ਹੁਣ ਰਾਜਨੀਤਿਕ ਸੱਤਾ ਦਾ, ਪ੍ਰਭੂ ਸੱਤਾ ਦਾ, ਆਜ਼ਾਦੀ ਦਾ ਚਿੰਨ੍ਹ ਹੈ ਸਰਦਾਰੀ। ਇਸ ਵਾਸਤੇ ਜਿਹੜੀ ਆਜ਼ਾਦੀ ਹੈ, ਜਿਹੜੀ ਰਾਜਨੀਤਿਕ ਤਾਕਤ ਹੈ, ਜਿਹੜੀ ਪਾਵਰ ਹੈ, ਸੋਵਰਨਟੀ ਹੈ, ਇਸ ਨੂੰ ਗੁਰੂ ਸਾਹਿਬ ਜੀ ਨੇ ਉੱਚਾ ਰੁਤਬਾ ਨਹੀਂ ਦਿੱਤਾ। ਸਭ ਤੋਂ ਉੱਚਾ ਰੁਤਬਾ ਉਹਨਾਂ ਨੇ ਧਰਮ ਦੇ ਸੱਚ ਨੂੰ ਦਿੱਤਾ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦ। ਗੁਰੂ ਨਾਨਕ ਮਹਾਰਾਜ ਨੇ ਧਰਮ ਦਾ ਰਾਜ ਕਾਇਮ ਕੀਤਾ ਤੇ ਜਿਹੜੀ ਨੀਂਹ ਹੈ ਉਹ ਆਤਮਿਕ ਬਲ ਉੱਤੇ ਰੱਖੀ। ਚੇਤੇ 'ਚ ਰੱਖਿਓ, ਆਤਮਿਕ ਬਲ ਇਹਦੀ ਨੀਂਹ ਹੈ। ਧਰਮ ਉਹਨਾਂ ਚਿਰ ਕਾਇਮ ਰਹਿੰਦਾ ਜਿੰਨਾ ਚਿਰ ਤੁਸੀਂ ਸੁਰਤ ਕਰਕੇ ਪ੍ਰਪੱਕ ਹੋ। ਜਦੋਂ ਸੁਰਤੀ ਕਮਜ਼ੋਰ ਹੋ ਜਾਏ, ਜਿਸ ਨੂੰ ਭਾਈ ਵੀਰ ਸਾਹਿਬ ਕਹਿੰਦੇ ਨਾ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਸੁਰਤ ਦੀ ਪਰਪੱਕਤਾ ਹੀ ਧਰਮ ਨੂੰ ਕਾਇਮ ਕਰਦੀ ਹੈ। ਜਿੱਥੇ ਸੁਰਤ ਵਿੱਚ ਕਚਿਆਈ ਹੋਏਗੀ, ਧਰਮ ਨਹੀਂ ਰਹਿ ਸਕਦਾ ਜੀਵਨ 'ਚ। ਪਹਿਰਾਵਾ ਰਹਿ ਸਕਦਾ ਹੈ, ਕਰਮਕਾਂਡ ਰਹਿ ਸਕਦੇ ਨੇ, ਵਿਖਾਵੇ ਰਹਿ ਸਕਦੇ ਨੇ, ਧਰਮ ਨਹੀਂ ਰਹਿ ਸਕਦਾ। ਧਰਮ ਕਿੱਥੇ ਰਹੇਗਾ? ਜਿੱਥੇ ਸੁਰਤ ਆਬਜ਼ਰਵ ਕਰਦੀ ਹੈ, ਜਿੱਥੇ ਸੁਰਤ, ਜਿਵੇਂ ਕਿਸੇ ਦਰਖਤ ਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ ਤੇ ਹਨੇਰੀਆਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਤੂਫਾਨ ਆਉਂਦੇ ਨੇ ਪਰ ਦਰਖਤ ਖੜਾ ਰਹਿੰਦਾ।
ਤੇ ਆਪਾਂ ਕਈ ਐਸੇ ਦਰਖਤ ਵੀ ਵੇਖ, ਬੜੇ ਭਾਰੇ, ਬੜੇ ਵੱਡੇ, ਬੜੇ ਛਾਂਦਾਰ ਹੁੰਦੇ ਨੇ, ਪਰ ਉਹਨਾਂ ਦੀਆਂ ਜੜ੍ਹਾਂ ਜਦੋਂ ਕਮਜ਼ੋਰ ਹੋ ਜਾਣ, ਮਿੱਟੀ ਵਿੱਚੋਂ ਮਿੱਟੀ ਉਹਨਾਂ ਦੀਆਂ ਜੜ੍ਹਾਂ ਦਾ ਸਹਾਰਾ ਨਾ ਬਣੇ ਚੰਗੀ ਤਰ੍ਹਾਂ, ਤਾਂ ਹਨੇਰੀ ਉਹਨਾਂ ਨੂੰ ਲੰਮੇ ਪਾ ਜਾਂਦੀ, ਸੁੱਟ ਜਾਂਦੀ। ਸੰਸਾਰ ਦੇ ਅੰਦਰ ਸਦਾ ਤੂਫਾਨ ਆਉਣਗੇ, ਸਦਾ ਹਨੇਰੀਆਂ ਵਗਣਗੀਆਂ, ਬੁਰਾਈ ਦੇ ਕਾਰਨ ਬਣਨਗੇ, ਹਰ ਵੇਲੇ ਬਦੀ ਜ਼ੋਰ ਪਾਏਗੀ। ਇਹ ਹੈ ਸੰਸਾਰ, ਇੱਥੇ ਪੋਸੀਬਲ ਹੈ। ਤਾਂ ਹੀ ਤਾਂ ਹਜ਼ੂਰ ਨੇ ਕਿਹਾ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇੱਥੇ ਪਾਪ ਦਾ, ਬਦੀ ਦਾ, ਝੂਠ ਦਾ, ਹਰ ਚੀਜ਼ ਦਾ ਬੋਲਬਾਲਾ ਸਦਾ ਰਿਹਾ ਹੈ ਤੇ ਸਦਾ ਰਹਿਣਾ ਹੈ। ਇਹ ਕਦੇ ਖਤਮ ਨਹੀਂ ਹੋਣਾ। ਇਹ ਪਾਰਟ ਆਫ ਨੇਚਰ ਹੈ। ਇਹ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ, ਇਸ ਸੁਸਾਇਟੀ ਦਾ ਹਿੱਸਾ ਹੈ। ਚੇਤੇ ਵਿੱਚ ਰੱਖਿਓ। ਬੰਦੇ ਆਪਾਂ ਕਈ ਵਾਰ ਕਹਿ ਦਿੰਦੇ, ਵੇਖੋ ਜੀ ਕੀ ਫਰਕ ਪਿਆ, ਐਡੀਆਂ ਐਡੀਆਂ ਕੁਰਬਾਨੀਆਂ ਗੁਰੂਆਂ ਨੇ ਦੇ ਦਿੱਤੀਆਂ, ਦੁਨੀਆ ਚੋਂ ਪਾਪ ਤੇ ਮੁੱਕਿਆ ਹੀ ਨਹੀਂ ਮੁੱਕਣਾ। ਇਹ ਨਾ ਪਹਿਲਾਂ ਮੁੱਕਿਆ ਸੀ, ਨਾ ਅੱਜ ਮੁੱਕਿਆ, ਨਾ ਇਹਨੇ ਮੁੱਕਣਾ। ਇਹ ਤਾਂ ਦੋਵੇਂ ਚੀਜ਼ਾਂ ਨਾਲੋਂ ਨਾਲ ਸਫ਼ਰ ਕਰਨਗੀਆਂ। ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਮਤਲਬ ਹੀ ਸੱਚ ਦੀ ਗਵਾਹੀ। ਬਾਕੀ ਸਾਰਾ ਸੰਸਾਰ ਚੁੱਪ ਕਰ ਜਾਂਦਾ ਹੈ ਜਾਂ ਝੂਠ ਵਾਲੇ ਪਾਲੇ 'ਚ ਜਾ ਖਲੋਂਦਾ ਹੈ, ਪਰ ਗੁਰੂ ਸਾਹਿਬ ਸੱਚ ਦੀ ਸ਼ਹਾਦਤ ਦੇ ਦਿੰਦੇ ਨੇ। ਸ਼ਹਾਦਤ ਦਾ ਮਤਲਬ ਗਵਾਹੀ ਭਰਨੀ, ਜਾਂ ਗਵਾਹੀ ਦੇਣਾ ਮੈਂ, ਇਹ ਸੱਚ ਹੈ ਤੇ ਸੱਚ ਹੀ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਿਹੜਾ ਮਾਰਗ ਦ੍ਰਿੜ ਕਰਾਇਆ ਹੈ ਨਾ, ਜਿਹੜਾ ਮਾਰਗ, ਉਹ ਚਿਰੰਜੀਵੀ ਮਾਰਗ ਹੈ, ਸਦੀਵ ਕਾਲ ਜਿਉਂਦਾ। ਜਦੋਂ ਆਪਾਂ ਪੜ੍ਹਦੇ ਨੇ ਬਾਣੀ 'ਚ, ਸਤਿਗੁਰ ਜਾਗਤਾ ਹੈ ਦੇ, ਗੁਰੂ ਤਾਂ ਜਿਉਂਦਾ ਹੈ, ਸਦੀਵ ਕਾਲ ਸੱਚ ਹੈ, ਉਹ ਸਮੇਂ ਨਾਲ ਮਿਟਦਾ ਨਹੀਂ। ਇਸ ਵਾਸਤੇ ਜਦੋਂ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਤਾਂ ਉਹ ਇਹ ਮੈਂ ਉਦਾਹਰਣ ਦੇ ਰਿਹਾ ਵੀ ਸੁਰਤ ਦੀ ਪਰਪੱਕਤਾ, ਸੱਚ ਕੋਟ ਸਤਾਣੀ ਨੀਮਦ। ਸਤਾਣੀ ਨੀਮ ਦਾ ਮਤਲਬ ਹੁੰਦਾ ਹੈ ਵੀ ਇਹਦੀ ਨੀਂਹ ਬੜੀ ਬਲ ਵਾਲੀ ਰੱਖੀ, ਆਤਮਿਕ ਬਲ ਉੱਤੇ। ਸੁਰਤ ਦੀ ਪਕਿਆਈ ਹੀ ਆਤਮਿਕ ਬਲ ਹੈ। ਜਦੋਂ ਸੁਰਤ ਦੀ ਪਕੜ ਢਿੱਲੀ ਪੈ ਜਾਂਦੀ ਹੈ ਨਾ, ਤੇ ਹਰ ਬੁਰਾਈ ਸਰੀਰ ਦੇ ਉੱਤੇ ਹਾਵੀ। ਜਿਵੇਂ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋਏ ਤੇ ਬੰਦਾ ਬਿਮਾਰ ਛੇਤੀ ਹੁੰਦਾ, ਸੌਖੀ ਜੀ ਗੱਲ ਹੈ। ਮੇਰਾ ਖਿਆਲ ਹੈ ਕਰੋਨੇ 'ਚ ਆਪਾਂ ਵਿਟਾਮਿਨ ਸੀ ਇੰਨੀ ਖਾ ਛੱਡੀਏ, ਕੋਈ ਰਹੇ ਰੱਬ ਦਾ ਨਾਂ, ਵੀ ਇਮਿਊਨ ਸਿਸਟਮ ਨਾ ਕਮਜ਼ੋਰ ਹੋ ਜਾਏ। ਅਸੀਂ ਕਦੇ ਨਾਂ ਨਹੀਂ ਸੀ ਸੁਣਿਆ ਇਸ ਚੀਜ਼ ਦਾ, ਬਹੁਤਿਆਂ ਨੇ ਅੱਗੇ ਪਿੱਛੇ ਕਦੇ ਧਿਆਨ ਨਹੀਂ ਸੀ ਦਿੱਤਾ, ਪਰ ਜਦੋਂ ਬਿਮਾਰੀ ਦੇ ਹੱਲੇ ਹੋਣ ਲੱਗ ਪੈਂਦੇ ਨੇ, ਡਾਕਟਰ ਇੰਨਾ ਹੀ ਕਹਿੰਦਾ ਜੀ ਇਮਿਊਨ ਸਿਸਟਮ ਕਮਜ਼ੋਰ ਹੋ ਰਿਹਾ, ਤੇ ਅਸੀਂ ਉਸੇ ਵੇਲੇ ਸਤਰਕ ਹੋ ਜਾਂਦੇ, ਸੁਚੇਤ ਹੋ ਜਾਂਦੇ ਵੀ ਇਹਨੂੰ ਤਕੜਿਆ ਕਰੋ। ਲੜਨਾ ਤੇ ਇਸੇ ਨਹੀਂ ਹੈ। ਬੇਸਿਕ ਪਾਵਰ ਜਦੋਂ ਬਾਡੀ ਦੀ, ਸਰੀਰ ਦੀ ਕਮਜ਼ੋਰ ਹੋਣ ਲੱਗ ਪਈ ਹੈ, ਤੇ ਹਰ ਨਿੱਕਾ ਜਿਹਾ ਦੁਸ਼ਮਣ ਵੀ ਆ ਕੇ ਇਹਨੂੰ ਬੜੇ ਸੌਖਿਆਂ ਲੁੱਟ ਸਕਦਾ ਹੈ, ਕਬਜ਼ਾ ਕਰ ਸਕਦਾ ਹੈ, ਇਹਨੂੰ ਸੁੱਟ ਸਕਦਾ ਹੈ। ਇਹ ਸਰੀਰ ਦੇ ਕਿਲੇ ਨੂੰ ਜਿੱਤਦਿਆਂ ਬਹੁਤਾ ਚਿਰ ਨਹੀਂ ਲੱਗਦਾ। ਜਿਹੜੀ ਬੁਰਾਈ ਦੀ ਬਿਮਾਰੀ ਤੋਂ ਬਚਣਾ ਹੈ ਨਾ, ਉਹ ਸੁਰਤ ਦੀ ਪਕਿਆਈ ਬਚਾ ਸਕਦੀ, ਹੋਰ ਕੋਈ ਕਰਮਕਾਂਡ ਬੰਦੇ ਨੂੰ ਨਹੀਂ ਬਚਾ ਸਕਦਾ। ਹੋਰ ਸੰਸਾਰ ਦਾ ਕੋਈ ਵੀ ਵਿਖਾਵਾ ਨਹੀਂ, ਕੋਈ ਪਖੰਡ ਨਹੀਂ, ਕੋਈ ਇਸ ਤਰ੍ਹਾਂ ਦੇ ਕੀਤੇ ਸਾਰੇ ਕਰਮਕਾਂਡ ਜਿਹੜੇ ਨੇ, ਇਹਨਾਂ ਦਾ ਕੋਈ ਵੈਲਿਊ ਨਹੀਂ ਰਹਿ ਜਾਂਦੀ। ਤਿੰਨ ਜਮ ਜਾ ਗਾਤੀ ਲੂਟਾ ਹੈ, ਤੇ ਪਹਿਲੇ ਹੱਲੇ 'ਚ ਹੀ ਠੱਗੇ ਜਾਂਦੇ ਨੇ। ਇਹ ਤਾਂ ਵਾਸ਼ਨਾ ਦੇ ਪਹਿਲੇ ਜ਼ੋਰ ਦੇ ਵਿੱਚ ਹੀ ਜ਼ੇਰ ਹੋ ਜਾਂਦੇ ਨੇ, ਢਹਿ ਜਾਂਦੇ ਨੇ। ਖੜਦੀ ਹੈ ਤੁਹਾਡੀ ਸੁਰਤ ਦੀ ਪਕਿਆਈ ਤੁਹਾਡੇ ਨਾਲ। ਸੀਸ ਤੇ ਆਰਾ ਚੱਲ ਜਾਏ, ਉਬਲਦੀ ਦੇਗ 'ਚ ਉਬਾਲਿਆ ਜਾਏ, ਬੰਦ ਕੱਟੇ ਜਾਣ, ਖੋਪਰ ਲੈ ਜਾਣ, ਪਰ ਸੁਰਤ ਦੀ ਪਕਿਆਈ ਤੁਹਾਨੂੰ ਡਾਵਾਂਡੋਲ ਨਹੀਂ ਹੋਣ ਦਿੰਦੀ। ਇਹੀ ਹੈ ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਦਿੰਦੀ ਹੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਕਹੇ ਕੀ ਨੇਤਾ ਬੁਰਾ ਨਾਹੀ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਤੇ ਕਰਮ ਕਾਂਡਾਂ ਨਾਲ ਖੋਖਲੀ ਹੋਈ, ਪਖੰਡਾਂ ਤੇ ਵਿਖਾਵਿਆਂ ਨਾਲ ਖੋਖਲੀ ਹੋਈ ਸੁਰਤ ਜਿਹੜੀ ਹੈ ਨਾ, ਉਹ ਸੁੱਖ ਦੇ ਵਿੱਚ ਵੀ ਰੋਣੋਂ ਨਹੀਂ ਹਟਦੀ, ਉਹ ਖੁਸ਼ੀ ਦੇ ਵਿੱਚ ਵੀ ਤਰਲੇ ਹੀ ਮਾਰੀ ਜਾਂਦੀ ਹੈ ਵੀ ਹੈ ਕੱਖ ਨਹੀਂ, ਲੁੱਟੇ ਗਏ, ਮਾਰੇ ਗਏ, ਤਬਾਹ ਹੋ ਗਏ, ਬਰਬਾਦ। ਇੰਨੀ ਟੈਂਦੀ ਕਲਾ ਆਉਣੀ ਅੰਦਰ ਹੈ ਕੱਖ ਨਹੀਂ। ਪ੍ਰੋਟੈਕਟ ਕਰਨ ਵਾਲੀ ਚੀਜ਼ ਹੀ ਕੋਈ ਨਹੀਂ ਸਾਡੇ ਕੋਲ, ਅਸੀਂ ਕੋਈ ਕਮਾਈ ਨਹੀਂ ਕੀਤੀ ਉਹੋ ਜਿਹੀ। ਤੋ ਸੱਚ ਕੋਟ ਸਤਾਣੀ ਨੀਮਦ ਹੈ। ਧਰਮ ਦੀਆਂ ਇਹਨਾਂ ਵੈਲਿਊਜ਼ ਨੂੰ, ਇਹਨਾਂ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸ਼ਹਾਦਤ ਦਿੰਦੇ। ਬਾਹਰ ਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਨੇ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰੀ ਤੇ ਮੀਰੀ ਦੋਨੋਂ ਕਨਸੈਪਟ ਉਜਾਗਰ ਕੀਤੇ। ਇਹ ਸਿੱਖੀ 'ਚ ਪਹਿਲਾਂ ਹੀ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਵੇਂ ਐਡ ਨਹੀਂ ਸਨ ਕੀਤੇ। ਧਿਆਨ ਕਈ ਵਾਰ ਕਹਿ ਦਿੰਦੇ ਨੇ ਲੋਕ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖੀ ਨੂੰ ਨਵਾਂ ਰੂਪ ਦਿੱਤਾ। ਨਹੀਂ, ਪ੍ਰਗਟ ਕੀਤੀਆਂ ਨੇ ਚੀਜ਼ਾਂ, ਗਾਏ ਬਗਾਏ ਕੋਈ ਚੀਜ਼ਾਂ ਘਰ 'ਚ ਪਈਆਂ ਹੋਣ, ਪਰ ਲੋੜ ਪੈਣ ਤੇ ਵਰਤੀਆਂ ਜਾ ਸਕਦੀਆਂ ਨੇ।
ਹੁਣ ਬੰਦੇ ਨੇ ਤਲਵਾਰ ਪਹਿਨੀ ਹੈ, ਮੰਨ ਲਓ, ਇਹਦਾ ਮਤਲਬ ਇਹ ਥੋੜੀ ਉਹ ਤਲਵਾਰ ਕੱਢ ਕੇ ਹਰ ਜਣੇ ਖਣੇ ਧੌਣ ਤੇ ਰੱਖਦਾ, ਫਿਰ ਖਤਰਾ ਹੋਏਗਾ ਤੇ ਕੱਢੇਗਾ। ਤਲਵਾਰ ਦੀ ਲੋੜ ਆਪਣੇ ਅਸੂਲ, ਆਪਣੀ ਜਾਨ ਮਾਲ ਦੀ ਰਾਖੀ ਜਾਂ ਮਜ਼ਲੂਮ ਦੀ ਰਾਖੀ ਵਾਸਤੇ ਹੈ। ਹੁਣ ਤਲਵਾਰ ਹੈ ਤੇ ਇਹਦਾ ਮਤਲਬ ਹਰ ਇੱਕ ਦੀ ਧੌਣ ਤੇ ਰੱਖਦੀ ਹੈ? ਨਹੀਂ, ਚੀਜ਼ ਵਸਤੂ ਪਹਿਲਾਂ ਹੀ ਮੌਜੂਦ ਹੈ, ਉਹਨੂੰ ਪ੍ਰਗਟ ਲੋੜ ਪੈਣ ਦੇ ਉੱਤੇ ਕੀਤਾ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਆਸਾ, ਜਿਸ ਨੂੰ ਭਾਈ ਗੁਰਦਾਸ ਨੇ ਕਿਹਾ ਨਾ, ਆਸਾ ਹੱਥ ਕਿਤਾਬ ਕੱਛ, ਇਹ ਪ੍ਰਤੀਕ ਵੀ ਹੈ ਵੀ ਇਹ ਦੋਨੋਂ ਕਨਸੈਪਟ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਹੀ ਸਿੱਖ ਫਲਸਫੇ ਦਾ ਅੰਗ ਨੇ। ਕਿਤਾਬ ਫਲਸਫਾ ਹੈ, ਬਾਣੀ ਦਾ ਸਿਧਾਂਤ ਹੈ, ਧਰਮ ਦਾ ਉਪਦੇਸ਼ ਹੈ, ਰੂਹਾਨੀਅਤ ਦੀ ਗੱਲ ਹੈ, ਇਬਾਦਤ ਦਾ ਪ੍ਰਸੰਗ ਹੈ। ਤੇ ਆਸਾ ਜਿਹੜਾ ਉਹ ਕੁਤਕਾ, ਮੋਟੇ ਕੁਤਕੇ ਨੂੰ ਕਹਿੰਦੇ, ਉਹ ਸ਼ਕਤੀ ਦਾ ਪ੍ਰਤੀਕ ਹੈ। ਆਸਾ ਹੱਥ ਕਿਤਾਬ ਕਸ਼, ਕੂਜਾ ਬਾਂਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਗੁਜ਼ਾਰੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਵੱਲ ਝਾਤ ਮਾਰੋ ਥੋੜਾ ਜਿਹਾ। ਮੈਂ ਅੱਗੇ ਵੀ ਇਹ ਉਦਾਹਰਣ ਦਿੱਤੀ ਸੀ, ਪਰ ਇਹਨੂੰ ਤਾਜ਼ੀ ਕਰ ਲਈਏ ਥੋੜੀ ਜਿਹੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਦੇ ਜੀਵਨ ਦੇ ਹਯਾਤੀ ਵਿੱਚ ਬਹੁਤ ਸਾਰੇ ਪਰਉਪਕਾਰ ਨੇ, ਪਰ ਤਿੰਨ ਚੀਜ਼ਾਂ ਪ੍ਰਮੁੱਖ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ ਖਡੂਰ ਸਾਹਿਬ ਦੀ ਧਰਤੀ ਤੇ। ਇੱਕ ਤਾਂ ਇਹ ਵੀ ਗੁਰੂ ਸਾਹਿਬ ਸ਼ਬਦ ਦਾ ਲੰਗਰ ਲਾਉਂਦੇ ਨੇ, ਉਹਦਾ ਜ਼ਿਕਰ ਕੀਤਾ ਬਾਣੀ 'ਚ, ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੀ ਖਟੀਆ। ਇੱਕ ਉਹਨਾਂ ਦੀ ਪਤਨੀ, ਉਹਨਾਂ ਦੇ ਮਹਿਲ ਮਾਤਾ ਖੀਵੀ ਜੀ, ਬਾਕੀ ਜਿਹੜਾ ਬਾਹਰੀ ਲੰਗਰ ਹੈ ਉਹਦੀ ਦੇਖ ਰੇਖ ਉਹ ਕਰਦੇ ਨੇ। ਪਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਹੋਂ ਪਤਰਾੜੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆ। ਮਹਾਰਾਜ ਆਪ ਸ਼ਬਦ ਦਾ ਲੰਗਰ ਵੰਡ ਰਹੇ, ਸੁਰਤ ਨੂੰ ਪ੍ਰਪੱਕ ਕਰ ਰਹੇ ਨੇ, ਤੇ ਮਾਤਾ ਖੀਵੀ ਜੀ ਜ਼ਿੰਮੇਵਾਰੀ ਲੈ ਕੇ ਬੈਠੇ ਹੋਏ ਨੇ ਬਾਹਰੀ ਪ੍ਰਸ਼ਾਦੇ ਦੀ, ਲੰਗਰ ਦੀ। ਕੋਈ ਲੋੜਵੰਦ, ਕੋਈ ਭੁੱਖਾ, ਜਾਂ ਸਰੀਰ ਦੀ ਲੋੜ ਹੈ, ਅਸੀਂ ਸਾਰੇ ਲੋੜਵੰਦ ਹੁੰਦੇ, ਜਦੋਂ ਭੁੱਖ ਹੁੰਦੀ ਹੈ ਤੇ ਹਰ ਕੋਈ ਲੋੜਵੰਦ ਹੀ ਹੁੰਦਾ, ਉਹ ਲੰਗਰ ਦੀ ਸੇਵਾ ਕਰ, ਜ਼ਿੰਮੇਵਾਰੀ ਸੰਭਾਲ। ਦੂਜਾ ਜ਼ਿਕਰ ਕੀਤਾ ਇਤਿਹਾਸਕਾਰਾਂ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਉਹ ਹੈ ਗੁਰਮੁਖੀ ਦੀ ਪਾਠਸ਼ਾਲਾ, ਜਾਂ ਇਉਂ ਕਹਿ ਲਓ ਪਹਿਲਾ ਸਿੱਖ ਸਕੂਲ ਜਿਹੜਾ ਹੈ ਖਡੂਰ ਸਾਹਿਬ ਦੀ ਧਰਤੀ ਤੇ ਇਜਾਦ ਕਰ ਦਿੱਤਾ ਧੰਨ ਗੁਰੂ ਅੰਗਦ ਸਾਹਿਬ। ਆਪ ਉੱਥੇ ਉਹ ਗੁਰਮੁਖੀ ਪੜਾਇਆ ਕਰਦੇ ਸਨ, ਆਪ ਉੱਥੇ ਉਹ ਗੁਰਮੁਖੀ ਦੀ ਮੁਹਾਰਨੀ, ਵਰਣਮਾਲਾ, ਉਹ ਅੱਖਰ ਬੱਚਿਆਂ ਨੂੰ ਪੜਾਉਂਦੇ, ਉਹਦੀ ਦੇਖ ਰੇਖ ਆਪ ਕਰਦੇ। ਤੇ ਸਤਿਗੁਰਾਂ ਨੇ ਇੱਕ ਸਮਾਂ ਸਾਰੇ ਦਿਨ ਵਿੱਚ ਰੱਖਿਆ ਹੋਇਆ ਸੀ, ਦੁਪਹਿਰ ਢਲਣ ਤੋਂ ਬਾਅਦ ਜਦੋਂ ਸ਼ਾਮਾਂ ਪੈਣ ਤੋਂ ਪੈਂਦੀਆਂ ਨੇ, ਉਦੋਂ ਹਜ਼ੂਰ ਮਹਾਰਾਜ ਮੱਲ ਅਖਾੜਾ ਸਜਾਉਂਦੇ ਸਨ, ਨੌਜਵਾਨਾਂ ਦੇ ਦੰਗਲ ਉੱਥੇ ਕਰਵਾਉਂਦੇ ਸਨ। ਹੁਣ ਤਾਂ ਮਾਫ ਕਰਿਓ, ਟਿਕਟੌਕ ਚੱਲ ਪਏ ਨਾ ਤੇ ਅੱਧਿਓਂ ਜ਼ਿਆਦਾ ਪੰਜਾਬੀ ਕਮਲੇ ਹੋ ਜਾਂਦੇ, ਸਿਆਣੀਆਂ ਸਿਆਣੀਆਂ ਬੀਬੀਆਂ ਵੀ ਨੱਚੀ ਜਾਂਦੀਆਂ ਨੇ, ਕੁੜੀਆਂ ਵੀ ਨੱਚੀ ਜਾਂਦੀਆਂ ਨੇ, ਮੁੰਡੇ ਵੀ ਨੱਚੀ, ਕੋਈ ਸਿੰਸੀਅਰਿਟੀ ਸਾਡੇ 'ਚ ਰਹਿ ਹੀ ਨਹੀਂ ਗਈ। ਅਸੀਂ ਕਮਲੇ ਹੋ ਜਾਂਦੇ ਹਾਂ। ਇੱਕ ਐਪ ਕੀ ਆ ਜਾਂਦੀ ਹੈ, ਸਾਡੀ ਔਕਾਤ ਸਾਹਮਣੇ ਆਈ ਦੁਨੀਆ ਸਾਹਮਣੇ, ਇਹ ਅਸੀਂ ਹਾਂ ਕੀ। ਔਰ ਸਾਰੇ ਜਿੰਨੇ ਨਹੀਂ, ਬਜ਼ੁਰਗਾਂ ਤੋਂ ਲੈ ਕੇ ਨਿਆਣਿਆਂ ਤੱਕ ਡਾਊਨਲੋਡ ਕਰਕੇ ਹੱਸੀ ਜਾਂਦੇ ਨੇ, ਸਾਰਾ ਦਿਨ ਵੇਖੀ ਜਾਂਦੇ ਨੇ, ਇੱਕ ਦੂਜੇ ਦਾ ਤਮਾਸ਼ਾ ਵੇਖਦੇ ਨੇ ਸਾਰੇ। ਤੁਸੀਂ ਵੇਖੋ ਕਿੰਨੇ % ਲੋਕ ਨੇ ਸਾਡੇ 'ਚ ਜਿਹੜੇ ਕਿਸੇ ਐਸੇ ਪਲੇਟਫਾਰਮ ਦੇ ਉੱਤੇ ਧਰਮ ਦੀ, ਮਜ਼ਹਬ ਦੀ, ਕੌਮ ਦੀ, ਆਪਣੇ ਹਾਲਾਤ ਦੀ ਕੋਈ ਅੱਗੇ ਕੋਈ ਐਸੀ, ਤੁਸੀਂ ਸਿਆਣਪ ਵੇਖੋ, ਇੱਥੋਂ ਕਿਸੇ ਸਮੂਹ ਦੀ, ਸਮਾਜ ਦੀ ਸਿਆਣਪ ਝਲਕਦੀ। ਤੁਸੀਂ ਓਵਰਆਲ ਇਹਨੂੰ ਸਾਰੇ ਨੂੰ, ਇਹਦਾ ਰਿਜ਼ਲਟ ਕੱਢ ਕੇ ਵੇਖੋ ਸਾਡੇ ਪੱਲੇ ਕੀ ਹੈ। ਅਸੀਂ ਜਦੋਂ ਦੂਜੀਆਂ ਕੌਮਾਂ ਨੂੰ ਦੋਸ਼ ਦਿੰਦੇ ਆ ਨਾ ਵੀ ਇਹ ਸਾਡੀਆਂ ਧੀਆਂ ਵਰਗੜਾ ਲੈਂਦੇ ਨੇ, ਸਾਡੇ ਬੱਚੇ ਵਰਗੜਾ ਲੈਂਦੇ ਨੇ, ਸਾਡੀ ਹਾਲਤ ਹੀ ਇੰਨੀ ਕਮਜ਼ੋਰ ਹੈ, ਮੁਆਫ ਕਰਨਾ। ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਆਪਣੀ ਸਥਿਤੀ ਦੇ ਉੱਤੇ। ਸਾਡਾ ਹਰ ਬਸ਼ਰ ਨੱਚਣ ਲਈ ਤਿਆਰ ਖੜਾ, ਹਰ ਬਸ਼ਰ ਲੀੜੇ ਲਾਉਣ ਲਈ ਤਿਆਰ ਖੜਾ। ਕੀ ਇਹ ਸਾਡੇ ਲਈ ਡੁੱਬਣ ਵਾਲੀ ਗੱਲ ਨਹੀਂ? ਸਾਡੇ ਵਿੱਚ ਨਾ ਗੰਭੀਰਤਾ ਬਚੀ ਹੈ, ਨਾ ਆਪਣੇ ਵਿਰਸੇ ਪ੍ਰਤੀ ਚੇਤਨਾ ਬਚੀ ਹੈ, ਨਾ ਆਪਣੇ ਕਲਚਰ ਦੀ ਕੋਈ ਸਮਝ ਬਚੀ ਹੈ, ਨਾ ਆਪਣਾ ਧਰਮ ਦਾ ਕੋਈ ਫਲਸਫਾ ਜਿਹਦੇ ਬਾਰੇ ਅਸੀਂ ਕਿਤੇ ਚਰਚਾ ਕਰਦੇ ਹੋਈਏ। ਅਸੀਂ ਕਿਤੇ ਵੀ ਤੁਸੀਂ ਵੇਖੋ ਇਹ ਚੀਜ਼ਾਂ ਸਾਡੇ 'ਚ ਕਿੰਨੇ % ਨੇ, ਇਹਦੀ ਤੁਸੀਂ ਪਰਸੈਂਟੇਜ ਕੱਢ ਕੇ ਵੇਖੋ। ਆਪਾਂ ਸਾਰੇ ਹੀ ਬੈਠੇ ਹਾਂ, ਆਪਣੀ ਆਪਣੀ ਜ਼ਿੰਦਗੀ 'ਚੋਂ ਕੱਢੋ, ਆਪਣੇ ਆਲੇ ਦੁਆਲੇ 'ਚੋਂ ਕੱਢ ਕੇ ਵੇਖੋ। ਬੜੀ ਛੇਤੀ ਤੁਹਾਨੂੰ ਸਮਝ ਪੈ ਜਾਏਗੀ ਵੀ ਸਾਡਾ ਪ੍ਰਚਾਰ ਕੀ ਅਸਰ ਕਰ ਰਿਹਾ ਜਾਂ ਪ੍ਰਚਾਰ ਹੋ ਕਿੱਥੇ ਰਿਹਾ। ਤੋ ਅਸੀਂ ਗ੍ਰੰਥੀਆਂ ਭਾਈਆਂ ਨੂੰ ਵੇਖ ਕੇ ਕਹੀ ਜਾਂਦੇ ਬੜਾ ਪ੍ਰਚਾਰ ਹੈ, ਬੜਾ ਪ੍ਰਚਾਰ ਹੈ। ਇਸ ਤਰ੍ਹਾਂ ਪ੍ਰਚਾਰ ਨਹੀਂ ਹੁੰਦਾ।
जिस घर में फतेह नहीं बुलाਉਂਦਾ कोई मत समझो उत्ते सिक्खी टेके नहीं टेक सकती, दावा है। गुट्टां ते साडे कड़े नहीं, नाम नालों असीं सिंह ते कौर लाई जाने आ, गोतां लाई जाने आ नाल। मैं रोज़ नोट किसी नूं ना पुछो, अपना नाम बोलेगा ते नाल गोत बोले, सिंह नहीं बोलेगा, कौर नहीं बोलेगा नाल। असीं सिੱਖੀ ਲੱਭਦੇ ਹਾਂ। जिस चीज़ नूं गुरु साहब ने अपनी जिंदगी का कीमती समा ला ला के सिंजिया होवे, बनाया होवे, प्रगट किया होवे, उसारिया होवे, असी उस अंपायर नूं तोड़न ते लगे हुए हैं। एक एक बशर साडा तोड़न ते लगा। सानू अपने अंतर झात भी मारनी पएगी। कल्ले मुगलों के जुल्मां दीयां कहानियां सुन के गल बस नहीं हो जानी। इकली समय दे ब्राह्मणवादी हाकमां दे तोपां टैंकां दीयां गल्लां तक नहीं, असीं कित्थे खड़े हैं भी सानू सोचना पैना। दुनिया ते चाहुंदी है भी इन्हां दा घर ढह जाए ते असीं उहनूं लिपण दी बजाए, उहनूं प्रोटैक्ट करन दी बजाए साडी सुरत ही होर है। वाहिगुरू मेहर करे ना चीज़ां वल सानू चेचा ध्यान देना चाहिए। ते पंजाबी दी अखबारां आउंदियां, चुक के वेखिओ तांत्रिकां दे इश्तिहार किन्ने ने, तुहानूं पता लग जाएगा। पंजाब में जदों असीं हुंदे ते असीं कहने जी बाहर दे सिख बड़े सुचेत हो गए, बड़े सुचेत ने, सिंह शब्द तो नफरत करते हैं, गुट्टां दे कड़े नहीं पाउंदे, तांत्रिकां दीयां ऐडां इन्हां दे घरां च भी जांदियां, फोन ते पुछां पुछदे ने, जोतिषियां कोलों भविख पुछदे ने, छल्ले पाउंदे ने। इत्थे भी चिराग लैके आए ने पंजाब तो, इत्थे भी पंजाब तो चिराग लैके आए ने, वीरवार घर च जगाउंदे ने, बहुत सुचेत ने। जे नशा तस्कर पंजाब च ने तो इत्थे नहीं हैगे, इत्थे भी तो है। मत दोष दईए किसी नूं भी एक धरती ते वो ते धरती घिरी पई है चार सफेरे दुश्मनां तो। इत्थे तां तुसीं आज़ादी चो, तुसीं इत्थे जिन्ना अपना सभ्याचार प्रोटैक्ट कर सकदे हो किते नहीं कर सकदे। पर जे इत्थे भी असीं वो बीमारियां, ये बीमारियां जे सानू ने तो उत्थे वालियां नूं तां सब तो वधीक ने। उहदा कारण है भी वो तां विचारे वैसे ही फाहे आए पए ने, रोज़ सरकार नाल लड़दे ने, समझ कोई आउंदी नहीं। बंदा जदों चार सफेरे लड़न वाला होवे ते पजल हो जांदा, उलझ जांदा। तो सुचेत होइए थोड़ा। गरीब नवाज धन सतगुरु गुरु अंगद साहब महाराज ने शामा वेले, जिन्हों लौडा वेला कहा जाता, मालक खाड़ा सजाउंदे सन, नौजवानों का दंगल वेखते सन। हुण तुसीं इन्हां घटनावां नूं जोड़ के वेखो। इन्हां सिख स्कूलों की देन है भाई गुरदास, इस सिख स्कूल की देन है भाई गुरदास वर्गी शख्सियत। इस स्कूल गुरमत का, गुरमुखी का चल रहा सी, भाई गुरदास वर्गा आला नगीना पैदा किया इस स्कूल ने। ये मालक खाड़े दे स्कूल की पैदाइश है वो फौज जिहड़ी धन गुरु हरगोबिंद साहब महाराज दे एक सुनेहे दे उत्ते जाना हुलण वास्ते तैयार होकर खड़ी हो, जिसने चार जंगां समय की सल्तनत नाल मुगल अंपायर नाल लड़ियां, चारे दियां चारे जित्तियां। ये गुरु साहब जी दे घड़े हुए स्कूलों की, पाठशाला की, जमातां की बदौलत है। आ प्रोडक्शन है जिहड़ी गुरु साहब ने की। होर वेखो, महाराज ने अपने नगर बनाए। वो वक्त आया जदों गुरु अर्जन साहब जी शहादत हुई, धन गुरु हरगोबिंद साहब महाराज ने पीरी ते सी, मीरी का कंसैप्ट भी सी, पर उसनूं उजागर किया अकाल बूंगे के रूप में। धन गुरु हरगोबिंद साहब सच्चे पातशाह ने अपने सीस के उत्ते बादशाही चिन्ह, दस्तारे के उत्ते कलगी सजाई। महाराज ने शस्त्रधारी होके श्री दरबार साहब के ऐन बिल्कुल सामने एक थड़ा बनवाया, जिसनों अकाल बूंगा कहा गया। इसका भाव यह सी भी असी रब्बी रियाया नूं, रब्बी इंसाफ की हमायत करते। सतगुरु उत्थे सजदे सन, दिन में एक वेले हजूर जदों उत्थे मौजूद होंदे ते उत्थे सजदे। सतगुरु महाराज के सन्मुख शस्त्रधारी सिख खड़े होंदे। गुरु दरबार की आभा नूं सुर सिंह दे रहण वाले दो ढाडियां ने अपने वार दे विच 3-4 लाइनां च कलमबंद किया है। भाई नथा ते भाई अब्दुल्ला, नथमल ते अब्दुल्ला ने उन्होंने लिखिया, सतगुरु धन गुरु हरगोबिंद साहब महाराज के आभा के सामने, शोभा के सामने, उन्होंने दिख के सामने समय की सल्तनत का सब तो वड्डा बादशाही चिन्ह जहांगीर है, उसकी शोभा भी फिक्की पै जाती है। जिस वेले श्री असी भाई गुरदास जी की पौड़ी तुसी हुणे गुरु घर के कीर्तनियां पासों श्रवण की है, अखीर ते
ਉਹਦੇ ਵਿੱਚ ਸ਼ਬਦ ਬੜੇ ਧਿਆਨ ਮੰਗਣ ਵਾਲੇ ਨੇ। 5 ਪਿਆਲੇ, ਪਿਆਲੇ ਦਾ ਮਤਲਬ ਹੁੰਦਾ ਹੈ 5 ਪਿਆਲੇ ਬਾਟੇ ਭਰ ਦਿੱਤੇ ਜਾਣ ਕਿਸੇ ਚੀਜ਼ ਦੇ। ਦਇਆ, ਧਰਮ, ਸਤ, ਸੰਤੋਖ ਤੇ ਧੀਰਜ। ਫਿਰ ਚੇਤੇ ਕਰ ਲਓ, ਦਇਆ, ਧਰਮ, ਸਤ, ਸੰਤੋਖ, ਧੀਰਜ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਇਆ ਦਾ, ਹੁਣ ਪਹਿਲੀ ਗੱਲ ਹੀ ਦਇਆ ਦੀ ਹੈ। ਜਦੋਂ 5 ਪਿਆਲਿਆਂ ਦੀ ਗੱਲ ਆਈ, ਦਇਆ ਦੀ, ਧੀਰਜ ਦੀ। ਨਹੀਂ ਤਾਂ ਜਿਹਦੇ ਕੋਲ ਪਾਵਰ ਆ ਜਾਏ, ਤਾਕਤ ਆ ਜਾਏ, ਮੈਨ ਪਾਵਰ ਹੋਵੇ, ਹਥਿਆਰ ਹੋਵੇ, ਉਹਦੇ ਅੰਦਰ ਦਇਆ ਕਿੱਥੇ ਹੁੰਦੀ ਹੈ? ਪਰਉਪਕਾਰ ਕਿੱਥੇ ਹੁੰਦਾ? ਉਹ ਤਾਂ ਖਹਿੰਦਾ ਫਿਰਦਾ ਦੁਨੀਆ ਦੇ ਨਾਲ। ਪਰ ਪਹਿਲਾਂ 5 ਪਿਆਲੇ ਦਇਆ, ਧਰਮ, ਸਤ, ਸੰਤੋਖ ਤੇ ਧੀਰਜ ਦੇ, ਜਾਨੀ ਆਤਮਕ ਗੁਣਾਂ ਦਾ ਮੁਜੱਸਮਾ, ਆਤਮਕ ਗੁਣਾਂ ਦੀ ਇਹ ਬਿਹਤਰੀਨ ਰੱਬੀ ਦਾਤ, ਦੈਵੀ ਗੁਣਾਂ ਦੀ ਇਹ ਦੌਲਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਟਿਕੀ ਹੋਈ। 5 ਪੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਪਹਿਲੇ 5 ਗੁਰੂ ਸਾਹਿਬਾਨ ਕਾਮਲ ਪੀਰਾਂ ਦੀ ਵਿਰਾਸਤ ਦੇ ਮਾਲਕ ਬਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। 6ਵਾਂ ਪੀਰ ਬੈਠਾ ਗੁਰ ਪਰ, 6ਵਾਂ ਪੀਰ ਤਖਤ ਉੱਤੇ ਬਿਰਾਜਮਾਨ ਹੈ। ਬੜੀ ਭਾਰੀ ਸ਼ਖਸੀਅਤ ਬਣ ਗਈ, ਬੜੀ ਗੌਰੀ ਸ਼ਖਸੀਅਤ ਬਣ ਗਈ। ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਮਾਨੋ ਗੁਰੂ ਅਰਜਨ ਸਾਹਿਬ ਜੀ ਨੇ ਕਾਇਆ ਪਲਟ ਲਈ, ਦੇਹ ਬਦਲ ਲਈ ਹੈ, ਬਾਕੀ ਸਾਰਾ ਕੁਝ ਉਹੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ ਸਵਰੀ ਹੋਈ ਮੂਰਤ ਬਿਰਾਜਮਾਨ ਹੈ। ਮੂਰਤ ਹਰਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ, ਬਾੜੀ ਉਹਦਾ ਬਹੁ ਪਰਉਪਕਾਰੀ। ਵੈਰੀਆਂ ਦੇ ਦਲਾਂ ਨੂੰ ਖਿੰਡਾ ਦੇਣ ਵਾਲਾ ਆਪਣੀ ਮਰਦਾਨਗੀ ਦੇ ਨਾਲ, ਆਪਣੀ ਸੂਰਮਤਾਈ ਦੇ ਨਾਲ, ਆਪਣੀ ਹਿੰਮਤ ਦੇ ਨਾਲ। ਸੂਰਮਾ, ਬਹਾਦਰ, ਬਾੜੀ ਯੋਧਾ, ਬਹੁਤ ਭਾਰੀ ਯੋਧੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ। ਔਰ ਜਿੱਡੇ ਵੱਡੇ ਯੋਧੇ ਨੇ, ਉਹਨੇ ਪਰਉਪਕਾਰੀ ਵੀ। ਉਹਨਾਂ ਦੀ ਸੂਰਮਤਾਈ ਪਰਉਪਕਾਰ ਦੇ ਵਿੱਚੋਂ ਹੈ, ਈਗੋ ਚੋਂ ਨਹੀਂ, ਹਉਮੈ ਚੋਂ ਨਹੀਂ, ਪਰਉਪਕਾਰ ਦੇ ਵਿੱਚੋਂ ਪ੍ਰਗਟ ਹੁੰਦੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰ। ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿਫਤੋ ਸਲਾਹ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਇਸ ਰੂਪ ਦੇ ਵਿੱਚ ਕੀਤੀ। ਤੇ ਨੱਥਾ ਤੇ ਅਬਦੁੱਲਾ ਨੇ ਤਾਂ ਇੱਥੋਂ ਤੱਕ ਲਿਖਿਆ, ਪੱਗ ਤੀਰੀ ਕੀ ਜਹਾਂਗੀਰ ਦੀ। ਉਹਨਾਂ ਆਰੰਭ ਹੀ ਇੱਥੋਂ ਕੀਤਾ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਕਵਿਤਾ ਵਿੱਚ ਸ਼ਬਦ ਅੱਗੇ ਪਿੱਛੇ ਹੁੰਦੇ ਨੇ, ਇੱਥੋਂ ਹੀ ਅਸੀਂ ਮੀਰੀ ਪਹਿਲਾਂ ਲੈ ਲਿਆ ਤੇ ਪੀਰੀ ਮਗਰੋਂ ਰੱਖ ਲਿਆ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਵਕੀਲ ਦੀ। ਨਾੜ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਬਾ ਤੇ ਤੇਰੇ ਦਰਬਾਰ ਦੀ ਜਹਾਂਗੀਰ ਦੀ ਸ਼ੋਭਾ ਵੀ ਤੇਰੇ ਸਾਹਮਣੇ ਕੀ ਹੈ। ਤੇ ਜਹਾਂਗੀਰ ਨੂੰ ਇਹ ਗੱਲ ਉਸ ਦਿਨ ਪਤਾ ਲੱਗੀ ਜਦੋਂ ਇੱਕ ਗਰੀਬ ਘਾਈ ਨੇ ਉਹਦੇ ਤੰਬੂ ਦੇ ਸਾਹਮਣੇ, ਸ਼ਾਮਿਆਨੇ ਦੇ ਸਾਹਮਣੇ ਘਾਹ ਦੀ ਪੰਡ ਚੁੱਕ ਲਈ ਸੀ। ਉਹ ਸਮਾਂ ਸੀ ਜਦੋਂ ਸ਼੍ਰੀ ਹਜ਼ੂਰ ਉਹਦੇ ਨਾਲ ਸਾਂਝੇ ਵਿਚਰ ਰਹੇ ਸਨ। ਘਾਈ ਆਇਆ, ਉਹਨੇ ਕਿਹਾ, ਮੈਂ ਸੱਚੇ ਪਾਤਸ਼ਾਹ, ਪਹਿਲੋਂ ਤਾਂ ਉਹਦੀ ਹਾਲਤ, ਘਾਈ ਬੰਦਾ ਕਿਹੋ ਜਿਹਾ ਹੋ ਸਕਦਾ ਜਿਹੜਾ ਘਾਹ ਖੋਤੇ। ਘਾਹ ਦੀ ਪੰਡ ਉਹ ਨਾਲ ਲੈ ਕੇ ਆਇਆ ਤੇ ਉਹਨੇ ਕਿਹਾ, ਮਹਾਰਾਜ ਦੇ ਦਰਸ਼ਨ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ। ਪਾਤਸ਼ਾਹ ਸ਼ਬਦ ਤਾਂ ਬਾਦਸ਼ਾਹਾਂ ਲਈ ਵਰਤਿਆ ਜਾਂਦਾ। ਉਹ ਅੰਦਰ ਲੰਘਣ ਨਾ ਦੇਵੇ, ਬਾਹਰ ਥੋੜਾ ਜਿਹਾ ਸ਼ੋਰ ਸ਼ਰਾਬਾ। ਉਹਨੇ ਕਿਹਾ, ਮੈਂ ਤਾਂ ਦਰਸ਼ਨ ਕਰਨੇ, ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਹੋ। ਸਿਪਾਹੀ ਅੰਦਰ ਗਿਆ, ਉਹਨੇ ਕਿਹਾ, ਬਾਦਸ਼ਾਹ ਸਲਾਮਤ, ਇੱਕ ਫਕੀਰੀ ਹਾਲ ਵਿੱਚ ਕੋਈ ਓਪਰਾ ਬੰਦਾ ਹੈ, ਉਹ ਜ਼ਿੱਦ ਕਰਦਾ ਤੁਹਾਡੇ ਦਰਸ਼ਨ ਕਰਨ। ਉਹਨੇ ਕਿਹਾ, ਲੈ ਆਓ, ਕੋਈ ਫਰਿਆਦੀ ਹੋ ਸਕਦਾ ਹੈ। ਜਾ ਕੇ ਉਹਨੇ ਸਿਰ ਝੁਕਾਇਆ ਤੇ ਆਖਿਆ, ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰਸ਼ਨ ਕਰਨ ਆਇਆ ਸੀ। ਜਦੋਂ ਉਹਨੇ ਸੱਚੇ ਪਾਤਸ਼ਾਹ ਲਕਬ ਬੋਲਿਆ ਤੇ ਬਾਦਸ਼ਾਹ ਨੂੰ ਸੁੱਝ ਗਈ ਵੀ ਇਹ ਮੇਰੇ ਤਾਂ ਹੀ ਨਹੀਂ ਆਇਆ, ਕਿ ਹੋ ਸਕਦਾ ਹੈ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨਾ। ਉਹਨੇ ਕਿਹਾ, ਤੂੰ ਕਿਹਨੂੰ ਮਿਲਣਾ? ਆਖਿਆ, ਮੈਂ ਤਾਂ ਗੁਰੂ ਨਾਨਕ ਦੀ ਜੋਤ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਨੇ। ਆਖਿਆ, ਮੈਂ ਗੁਰੂ ਹਰਗੋਬਿੰਦ ਸਾਹਿਬ ਨਹੀਂ, ਮੈਂ ਤਾਂ ਬਾਦਸ਼ਾਹ। ਤੈਨੂੰ ਭੁਲੇਖਾ ਲੱਗਿਆ, ਜਾ ਉਧਰ ਚਲਿਆ ਜਾ। ਉਹਨੇ ਬਾਹਰੋਂ ਘਾਹ ਦੀ ਪੰਡ ਵੀ ਨਾਲੇ ਉਹਨੂੰ ਦੇਖਦਾ ਰਿਹਾ, ਘਾਹ ਦੀ ਪੰਡ ਨਾਲੇ ਚੁੱਕੀ। ਉਹਨੇ ਕਿਹਾ, ਇਹਨੂੰ ਤਾਂ ਛੱਡ ਜਾ। ਕਹਿਣ ਲੱਗਾ, ਨਹੀਂ, ਤੁਹਾਡੇ ਲਈ ਤਾਂ ਲੈ ਕੇ ਹੀ ਨਹੀਂ ਆਇਆ। ਆਖਿਆ, ਤੈਨੂੰ ਇਹਦੀ ਕੀਮਤ ਦੇ ਦੇਣੇ ਆ। ਆਖਿਆ, ਨਹੀਂ, ਇਹ ਸੱਚੇ ਪਾਤਸ਼ਾਹ ਦੀ ਭੇਟ ਹੈ, ਉਹਨਾਂ ਦੇ ਸਾਹਮਣੇ ਹੀ ਭੇਟਾ ਰੱਖਾਂਗਾ। ਉਸ ਨੂੰ ਉਸ ਦਿਨ ਸਮਝ ਪਈ ਸੀ ਵੀ ਸਿੱਖ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਕਿਉਂਕਿ ਗੁਰੂ ਦੀ ਪਾਤਸ਼ਾਹੀ ਜੁਗੋ ਜੁਗ ਅਟਲ ਹੈ।
ਉਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ। ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ। ਇਹ ਪਾਤਸ਼ਾਹੀ ਵਾਹਿਗੁਰੂ ਅਕਾਲ ਪੁਰਖ ਨੇ ਸਦੀਵ ਕਾਲ ਅਟਲ ਕੀਤੀ ਹੈ। ਦੁਨੀਆ ਦੀਆਂ ਬਾਦਸ਼ਾਹੀਆਂ ਬਦਲਦੀਆਂ ਨੇ, ਬਾਦਸ਼ਾਹ ਬਦਲਦੇ ਨੇ, ਹਰ ਚੀਜ਼ ਹੁਕਮਰਾਨ ਬਦਲਦੇ, ਅੰਪਾਇਰ ਖਤਮ ਹੋ ਜਾਂਦੇ, ਨਵੇਂ ਸਿਰ ਤੇ ਜਾਂਦੇ ਨੇ। ਗੁਰੂ ਦੀ ਪਾਤਸ਼ਾਹੀ ਸਦੀਵ ਕਾਲ ਸੱਚ ਹੈ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਵੈਸੇ ਮਹਾਨ ਸੱਚੇ ਪਾਤਸ਼ਾਹ ਪੀਰੀ ਤੇ ਬੀਰੀ ਦੇ ਉਜਾਗਰ ਕਰਨ ਹਾਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਆਪਾਂ ਸਾਰੇ ਜ਼ਰੂਰ ਯਤਨ ਕਰਿਆ ਕਰੀਏ। ਖਾਸ ਤੌਰ ਤੇ ਜਦੋਂ ਕੋਈ ਗੁਰਪੁਰਬ ਜਾਂ ਕੋਈ ਕੌਮੀ ਦਿਹਾੜਾ ਹੁੰਦਾ ਹੈ ਤਾਂ ਮੈਂ ਅੱਗੇ ਵੀ ਇਹ ਬੇਨਤੀ ਕੀਤੀ ਹੈ, ਵੱਧ ਚੜ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਿਆ ਕਰੋ, ਸੰਗਤ ਕਰਿਆ ਕਰੋ, ਤਾਂ ਕਿ ਆਪਾਂ ਇਹਨਾਂ ਇਤਿਹਾਸ ਤੋਂ ਜਾਂ ਇਹਨਾਂ ਆਪਣੀ ਵਿਰਾਸਤ ਤੋਂ ਜਾਣੂ ਹੁੰਦੇ ਰਹੀਏ। ਆਪਣੇ ਬੱਚਿਆਂ ਨੂੰ ਜ਼ਰੂਰ ਗੁਰਦੁਆਰਾ ਸਾਹਿਬ ਲੈ ਕੇ ਆਓ, ਉਹਨਾਂ ਨੂੰ ਘਰ ਵਿੱਚ ਪੰਜਾਬੀ ਸਿਖਾਉਣ ਦਾ ਯਤਨ ਕਰੋ, ਗੁਰਬਾਣੀ ਦੀ ਗੱਲ ਉਹਨਾਂ ਨਾਲ ਸਾਂਝੀ ਕਰੋ। ਕੌਮਾਂ ਮਜ਼ਬੂਤ ਹੁੰਦੀਆਂ ਨੇ ਆਪਣੇ ਅਸਲੇ ਨਾਲ ਜੁੜ ਕੇ, ਆਪਣੇ ਮੂਲ ਨਾਲ ਸਾਂਝ ਪਾ ਕੇ। ਇਹ ਯਤਨ ਆਪਾਂ ਸਾਰਿਆਂ ਨੇ ਹੀ ਰਲ ਮਿਲ ਕੇ ਕਰਨਾ ਹੈ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਛਠਮ ਪੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਆਪ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ। ਮਹਾਰਾਜ ਸਭਨਾਂ ਨੂੰ ਸਿੱਖੀ ਸਿਦਕ ਭਰੋਸਾ ਦਾਨ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।